ਪ੍ਰੋਗਰਾਮ ਫਾਈਨੈਂਸ਼ੀਅਲ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਬਲਜੀਤ ਢੀਂਡਸਾ ਜੀ। ਆਪਾਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਕਰਦੇ ਹਾਂ ਗੱਲਬਾਤ। ਬਲਜੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਸਾਰਿਆਂ ਨੂੰ ਗੁੱਡ ਆਫਟਰਨੂਨ। ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਫਾਈਨੈਂਸ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਹਾਂ ਔਰ ਉਹਦੇ ਵਿੱਚ ਜ਼ਿਆਦਾਤਰ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ। ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਵਿਜ਼ਟਰ ਵੀਜ਼ਾ ਉਹਦੇ ਵਾਸਤੇ ਇੰਸ਼ੋਰੈਂਸ ਆ, ਸੁਪਰ ਵੀਜ਼ਾ ਵਾਸਤੇ ਇੰਸ਼ੋਰੈਂਸ ਆ, ਹੋਰ ਵੀ ਜਿਸ ਖੇਤਰ ਵਿੱਚ ਵੀ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਬਲਜੀਤ ਢੀਂਡਸਾ ਜੀ ਐਕਸਪਰਟ ਨੇ, ਕਾਫੀ ਲੰਬੇ ਸਮੇਂ ਤੋਂ ਇਹ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ ਔਰ ਸ਼ਾਪ ਅਰਾਊਂਡ ਕਰਕੇ ਇਹ ਤੁਹਾਨੂੰ ਇੱਕ ਜਿਹੜੀ ਵਧੀਆ ਟਾਈਪ ਦੀ ਇੰਸ਼ੋਰੈਂਸ ਤੁਹਾਡੀ ਨੀਡ ਮੁਤਾਬਕ, ਤੁਹਾਡੀ ਲੋੜ ਮੁਤਾਬਕ, ਜਿੰਨੀ ਤੁਸੀਂ ਅਫੋਰਡ ਕਰ ਸਕਦੇ ਹੋ ਉਹਦੇ ਮੁਤਾਬਕ ਤੁਹਾਨੂੰ ਇੰਸ਼ੋਰੈਂਸ ਲੈ ਕੇ ਦਿੰਦੇ ਨੇ। ਔਰ ਹੋਰ ਵੀ ਜੇਕਰ ਤੁਸੀਂ RRSP RESP ਕਰਵਾਉਣੀ ਹੈਗੀ ਆ ਉਹਦੇ ਵਿੱਚ ਵੀ ਤੁਹਾਡੀ ਇਹ ਹੈਲਪ ਕਰਦੇ ਨੇ। ਮਿਊਚੁਅਲ ਫੰਡਸ, ਤੁਸੀਂ ਆਪਦੀ ਮਨੀ ਕਿੱਥੇ ਇਨਵੈਸਟ ਕਰਨੀ ਆ ਉਹਦੇ ਬਾਰੇ ਜੇਕਰ ਤੁਹਾਨੂੰ ਜਾਣਕਾਰੀ ਚਾਹੀਦੀ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਇਹ ਗੱਲਬਾਤ ਕਰਕੇ ਤੁਹਾਡੀ ਹੈਲਪ ਕਰ ਸਕਦੇ ਹੈਗੇ ਆ। ਔਰ ਖਾਸ ਕਰਕੇ ਵੱਡਾ ਇਹਦੇ ਵਿੱਚ ਜਿਹੜਾ ਮੈਂ ਕਹੂੰਗਾ ਕਿ ਚਾਰਜ ਤੁਹਾਨੂੰ ਬਿਲਕੁਲ ਨਹੀਂ ਕੀਤਾ ਜਾਂਦਾ। ਹਾਂਜੀ, ਕੋਈ ਤੁਹਾਡੇ ਕੋਲ ਪੈਸਾ ਚਾਰਜ ਨਹੀਂ ਕੀਤਾ ਜਾਂਦਾ। ਬਹੁਤ ਵਧੀਆ ਕੰਮ ਕਰਦੇ ਆ ਜੀ, ਨਾਲੇ ਪੁੰਨ ਤੇ ਨਾਲੇ ਫੜੀਆਂ, ਨਾਲੇ ਤੁਹਾਡੇ ਪੈਸੇ ਵਧਣਗੇ, ਨਾਲੇ ਲਾਈਫ ਜਿਹੜੀ ਉਹ ਸਿਕਿਉਰ ਹੋਊਗੀ ਔਰ ਨਾਲੇ ਇਹਨਾਂ ਦੀ ਜਿਹੜੀ ਜੋਬ ਹੈਗੀ ਆ ਉਹ ਤੁਹਾਡੇ ਤੋਂ ਪੈਸੇ ਚਾਰਜ ਕਰਨਾ ਨਹੀਂ ਹੈ। ਸੋ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਜਾਂਦੀਆਂ, ਤਾਂ ਕਰਕੇ ਮੈਂ ਕਲੀਅਰ ਕੀਤਾ ਸੀ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਐਜੂਕੇਟ ਕਰਨ ਦੀ। ਇਹਦੇ 'ਚ ਸਾਈਕੋ ਐਜੂਕੇਸ਼ਨ ਹੈ, ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ ਕਿ ਆਹ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਜਦੋਂ ਤੁਸੀਂ ਆਪਦੀ ਲਾਈਫ ਦੇ ਨਾਲ ਜਾਂ ਆਪਦੇ ਪੈਸੇ ਦੇ ਨਾਲ ਕੁਛ ਵੀ ਕਰਨਾ ਹੈਗਾ। ਸੋ ਬਲਜੀਤ ਜੀ, ਅੱਜ ਆਪਾਂ ਸਾਡੇ ਦਰਸ਼ਕਾਂ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਤੁਸੀਂ ਕਰਨੀ ਚਾਹ ਰਹੇ ਹੋ, ਕਿਉਂਕਿ ਆਪਾਂ ਜਿਵੇਂ ਆਫ ਦੀ ਏਅਰ ਸਟਾਰਟ ਕੀਤਾ ਸੀ, ਤੁਸੀਂ ਅੱਜ ਕਹਿ ਰਹੇ ਸੀ ਕਿ ਆਪਾਂ ਇੱਕ ਵੱਖਰੇ ਤਰੀਕੇ ਨਾਲ ਸ਼ੋਅ ਸਟਾਰਟ ਕਰਨਾ। ਸੋ ਉਹ ਕੀ ਵੱਖਰਾ ਤਰੀਕਾ ਤੁਹਾਡਾ? ਹਾਂਜੀ, ਜਿੱਦਾਂ ਆਪਣੇ ਵਿਊਅਰਸ ਦੇਖਦੇ ਆਏ ਆ ਜੀ, ਵੀ ਆਪਾਂ ਯੂਜ਼ਲੀ ਕੁਐਸਚਨ ਰੱਖਦੇ ਆ, ਤੁਸੀਂ ਮੇਰੇ ਤੋਂ ਕੁਐਸਚਨ ਪੁੱਛਦੇ ਆ, ਜਿਹੜੀ ਜਾਣਕਾਰੀ ਆਪਾਂ ਆਪਣੇ ਕਲਾਇੰਟਸ ਨੂੰ ਸਾਰਿਆਂ ਨੂੰ ਦਿੰਦੇ ਆ, ਵਿਊਅਰਸ ਨੂੰ। ਤੇ ਅੱਜ ਅਸੀਂ ਕੇਸ ਸਟੱਡੀ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਵੀ ਜਿੱਦਾਂ ਯੰਗ ਕਪਲ ਆ, ਕਿੰਨਾ ਚਿਰ ਉਹਨਾਂ ਦੇ ਵਿਆਹ ਨੂੰ ਹੋਇਆ, ਕਿਹੜੀ ਜੌਬ ਕਰ ਰਹੇ ਆ, ਬੱਚੇ ਕਿੰਨੇ ਆ, ਉਹਨਾਂ ਦੀ ਨੀਡ ਕਿਹੜੀ ਆ। ਸੋ ਇੱਕ ਕਿਸਮ ਦਾ ਜਿੱਦਾਂ ਥੋੜ੍ਹਾ ਜਿਹਾ ਇੱਦਾਂ ਹੋਵੇ, ਜਿਹੜੇ ਆਪਣੇ ਵੀਅਰ ਵਾਚ ਕਰ ਰਹੇ ਆ ਉਹਨਾਂ ਨੂੰ ਇੱਦਾਂ ਲੱਗੇ ਵੀ ਜਿੱਦਾਂ ਇਜ਼ ਅ ਕਲੋਜ਼ ਟੂ ਹੋਮ, ਜਿੱਦਾਂ ਉਹਨਾਂ ਦੀ ਹੀ ਗੱਲ ਹੋ ਰਹੀ ਆ ਕਰਕੇ। ਜਿੱਦਾਂ ਆਪਾਂ ਦੇਖਿਆ ਜਾਵੇ ਆਪਣੀ ਕਮਿਊਨਿਟੀ ਨਾਲ ਆਉਂਦੀ, ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਜਿਹੜੀ ਰੀਅਲ ਸਟੇਟ ਮਾਰਕੀਟ ਹੈ ਇਜ਼ ਵੈਰੀ ਹਾਟ। ਸੋ ਹੁਣ ਜਿਹੜੀਆਂ ਪ੍ਰਾਈਸਾਂ ਕਹਿ ਲਓ ਵੀ ਐਵਰੇਜ ਪ੍ਰਾਈਸ ਘਰਾਂ ਦੀ ਇਜ਼ ਓਵਰ $1 ਮਿਲੀਅਨ। ਸੋ ਆਪਾਂ ਕਹਿੰਦੇ ਹਾਂ ਜਦੋਂ ਏਡੀ ਵੱਡੀ ਇਨਵੈਸਟਮੈਂਟ ਤੁਸੀਂ ਕਰ ਰਹੇ ਆ ਤੇ ਆਪਣੀ ਜਿਹੜੀ ਪ੍ਰੋਟੈਕਸ਼ਨ ਲੈਣੀ ਵੀ ਉਹ ਵੀ ਪੀਸ ਮਾਈਂਡ ਲਈ ਜ਼ਰੂਰੀ ਹੈਗੀ ਆ। ਸੋ ਅੱਜ ਜਿਹੜਾ ਆਪਾਂ ਕੇਸ ਲੈ ਕੇ ਆਏ ਆ ਭਾਜੀ, ਕੇਸ ਸਟੱਡੀ, ਸੋ ਇਸ ਆਪਾਂ ਬੇਸਿਕਲੀ ਟਰਮ ਇੰਸ਼ੋਰੈਂਸ ਬਾਰੇ ਗੱਲ ਕਰਾਂਗੇ ਅਗੇਨ, ਬਿਕਾਜ਼ ਨੈਚੁਰਲੀ ਯੰਗ ਕਪਲ ਆ, ਉਹਨਾਂ ਦਾ ਜਿਹੜਾ ਬਜਟ ਆ ਉਹ ਵੀ ਥੋੜਾ ਲਿਮਿਟਡ ਆ ਕਰਕੇ, ਖਰਚੇ ਕਾਫੀ ਆ, ਬੱਚਿਆਂ ਦੇ ਕਹਿ ਲਓ, ਘਰ ਦੇ ਕਹਿ ਲਓ, ਬਟ ਦੇ ਆਰ ਜਸਟ ਸਟਾਰਟਿੰਗ ਆਊਟ ਦੇਅਰ ਲਾਈਫ। ਸੋ ਆਪਣਾ ਜਿਹੜਾ ਕਪਲ ਆ ਇਜ਼ ਰਾਜ ਐਂਡ ਕਮਲ। ਸੋ ਦੋਨਾਂ ਦੀ ਉਮਰ ਜਿਹੜੀ ਆ ਵੀ 32 ਸਾਲ ਹੈਗੀ ਆ। 3 ਸਾਲ ਉਹਨਾਂ ਦੇ ਵਿਆਹ ਹੋਏ ਨੂੰ ਹੋਏ ਹੈਗੇ ਆ ਤੇ 1 ਸਾਲ ਉਹਨਾਂ ਦਾ ਐਕਚੁਅਲੀ ਘਰ ਬਾਈ ਕੀਤਾ ਉਹਨਾਂ ਨੇ, ਤੇ ਉਹਨਾਂ ਦੇ ਕੋਲ ਇੰਸ਼ੋਰੈਂਸ ਕੋਈ ਨਹੀਂ ਹੈਗੀ ਵਜੀ। ਸੋ ਰਾਜ ਜਿਹੜਾ ਆ ਹੀ ਇਜ਼ ਅ ਇਲੈਕਟ੍ਰੀਸ਼ੀਅਨ, ਸੋ ਜੌਬ ਨਾਈਸ ਆ, ਸਕਿਲ ਜੌਬ, ਰਾਈਟ। ਸੋ ਪੈਸੇ ਨਾਈਸ ਬਣਾ ਰਹੇ ਆ। ਤੇ ਉਹਨਾਂ ਦੀ ਜਿਹੜੀ ਵਾਈਫ ਆ ਕਮਲ, ਉਹ ਜੌਬ ਕਰ ਰਹੇ ਆ ਆਪਣੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਤੇ ਉੱਥੇ ਪ੍ਰੋਜੈਕਟ ਮੈਨੇਜਰ ਲੱਗੇ ਹੋਏ ਆ। ਸੋ ਦੋਨੋਂ ਦੀ ਜੇ ਕਹਿ ਲਓ ਵੀ ਆਪਾਂ ਇਨਕਮ ਆ ਵਜੀਤ, ਇਸ ਕਰਕੇ ਉਹਨਾਂ ਨੇ ਘਰ ਲੈ ਲਿਆ ਆ। ਇਨਕਮ ਇਜ਼ ਰੀਅਲੀ ਗੁੱਡ, ਬਟ ਦੀ ਏਜ ਜਿਹੜੀ ਆ 32 ਸਾਲ। ਸੋ ਦੇ ਆਰ ਯੰਗ ਕਪਲ। ਸੋ ਹੁਣ ਆਪਾਂ ਦੇਖਦੇ ਆ ਐਜ਼ ਏ ਐਡਵਾਈਜ਼ਰ, ਆਪਾਂ ਉਹਨਾਂ ਦੇ ਨਾਲ ਜਦੋਂ ਬੈਠਦੇ ਆ ਤੇ ਆਪਾਂ ਉਹਨਾਂ ਤੋਂ ਕੁਐਸਚਨ ਪੁੱਛਦੇ ਆ ਵਜੀ ਵੀ ਹਾਂਜੀ ਸਾਨੂੰ ਥੋੜੀ ਜਿਹੀ ਜਾਣਕਾਰੀ ਆਪਣੀ ਲਾਈਫ ਬਾਰੇ ਦਿਓ, ਵੀ ਕਿੰਨਾ ਚਿਰ ਵਿਆਹ ਨੂੰ ਹੋ ਗਿਆ, ਕਿੰਨੀ ਤੁਹਾਡੀ ਏਜ ਆ, ਤੁਸੀਂ ਫੈਮਿਲੀ ਪਲੈਨਿੰਗ ਜਿਹੜੀ ਆ ਉਹ ਕਦੋਂ ਤੋਂ ਸੋਚ ਰਹੇ ਹੋ, ਘਰ ਜਿਹੜੀ ਆ ਉਹਦੀ ਪ੍ਰਾਈਸ ਕਿੰਨਾ ਤੁਸੀਂ ਪੇ ਕੀਤਾ ਕਿ 1 ਸਾਲ ਹੋ ਗਿਆ ਉਹਨਾਂ ਨੂੰ ਘਰ ਲਏ ਨੂੰ, ਤੇ ਤੁਹਾਡੇ ਸਿਰ ਮੌਰਗੇਜ ਕਿੰਨੀ ਆ। ਸੋ ਮੌਰਗੇਜ ਤੋਂ ਇਲਾਵਾ
ਇਲਾਵਾ ਤੁਹਾਡੇ ਸਿਰ ਕੋਈ ਹੋਰ ਵੀ ਲਾਇਬਿਲਟੀ ਹੈਗੀ ਆ, ਜਿੱਦਾਂ ਕਿ ਵੀ ਘਰ ਤੁਸੀਂ ਆਪਾਂ ਕਾਰ ਜਿਹੜੀ ਆ ਲੀਜ਼ ਤੇ ਲਈ ਆ ਕਿ ਤੁਸੀਂ ਫਾਈਨੈਂਸ ਕੀਤੀ ਆ, ਰਾਈਟ? ਸੋ ਤੁਸੀਂ ਇਨਕਮ ਜਿਹੜੀ ਆ, ਹੁਣ ਦੋਨਾਂ ਦੀ ਜੌਬ ਆਪਾਂ ਦੇਖਿਆ ਜਿੱਦਾਂ ਇਲੈਕਟ੍ਰੀਸ਼ੀਅਨ ਤੇ ਪ੍ਰੋਜੈਕਟ ਮੈਨੇਜਰ ਆ, ਤੁਹਾਡੀ ਜਿਹੜੀ ਇਨਕਮ ਆ ਤੁਸੀਂ ਕਿੰਨੀ ਕੁ ਇਨਕਮ ਘਰੇ ਲੈ ਕੇ ਆ ਰਹੇ ਆ। ਸੋ ਹੁਣ ਜਦੋਂ ਆਪਾਂ ਨੂੰ ਥੋੜਾ ਜਿਹਾ ਉਹ ਆਪਣਾ ਸਮਰੀ ਦੇ ਦਿੰਦੇ ਆ, ਤੇ ਹੁਣ ਕੁਐਸਚਨ ਭਾਜੀ ਤੁਹਾਡਾ ਇਹ ਵੀ ਹੋ ਸਕਦਾ ਆ ਵੀ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਵੀ ਆਪਾਂ ਜਦੋਂ ਇਹਦੇ ਬਾਰੇ ਗੱਲ ਕਰ ਰਹੇ ਸੀ ਵੀ ਬਲਜੀਤ, ਬਹੁਤ ਸਾਰੇ ਜਿੱਦਾਂ ਇੰਸ਼ੋਰੈਂਸ ਜਿਹੜੀ ਹੈ ਇਜ਼ ਅ ਵੈਰੀ ਕੰਪਲੈਕਸ, ਤੇ ਇੰਸ਼ੋਰੈਂਸ ਵੀ ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸ ਆ। ਸੋ ਜਿਹੜੇ ਕਲਾਇੰਟ ਆ ਜਾਂ ਵਿਊਅਰਸ ਆ, ਉਹ ਇੱਥੇ ਆਣ ਕੇ ਨਾ ਥੋੜਾ ਕਨਫਿਊਜ਼ ਹੋ ਜਾਂਦੇ ਆ, ਚਾਹੁੰਦੇ ਆ ਵੀ ਜਿਹੜਾ ਬ੍ਰੋਕਰ ਆ ਉਸ ਐਕਸਪੀਰੀਅੰਸ ਬ੍ਰੋਕਰ ਹੋਵੇ ਵੀ ਜਿਹੜਾ ਸਾਡੀ ਹਰ ਹਾਲਤ ਵਿੱਚ ਜਿਹੜੀ ਅਸੀਂ ਅੱਜ ਪਲਾਨ ਲੈਣਾ ਆ ਉਹ ਨੈਕਸਟ 10 20 ਸਾਲ 30 ਸਾਲ ਮਨ ਵਿੱਚ ਰੱਖ ਕੇ ਸਾਨੂੰ ਪਲਾਨ ਦੇਵੇ, ਤਾਂ ਕਿ ਅਸੀਂ ਘੜੀ ਘੜੀ ਇੰਸ਼ੋਰੈਂਸ ਨਹੀਂ ਲੈਣੀ ਹੈ, ਰਾਈਟ? ਔਰ ਇਹ 'ਚ ਬਲਜੀਤ ਜੀ ਮੈਂ ਨਾ ਤੁਹਾਨੂੰ ਰੋਕਣਾ ਚਾਹੁੰਦਾ ਇੱਥੇ, ਜਿਹੜਾ ਮੈਂ ਆਪਦਾ ਲਿਵਡ ਐਕਸਪੀਰੀਅੰਸ ਜਾਂ ਪਰਸਨਲ ਐਕਸਪੀਰੀਅੰਸ ਜਿਹੜਾ ਹੈਗਾ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਹਾਂਜੀ। ਕਿ ਇਸ ਏਜ ਦੇ ਵਿੱਚ ਜਿੱਥੇ ਆਪਾਂ 25 30 32 35 ਤੱਕ ਆਪਾਂ ਜਿਹੜੇ ਬਹੁਤ ਯੰਗ ਹੁੰਦੇ ਹੈਗੇ ਆ ਬੱਚੇ, ਔਰ ਕਈ ਵਾਰੀ ਜਿਵੇਂ ਆਪਾਂ ਪੰਜਾਬੀ 'ਚ ਕਹਿ ਲਈਏ ਕਿ ਉਹਨਾਂ ਨੂੰ ਜਾਣੀ ਇਹ ਜਿਹੜੀ ਨੀਡ ਆ ਉਹ ਲੱਗਦੀ ਨਹੀਂ ਕਿ ਵੀ ਸਾਨੂੰ ਜ਼ਰੂਰਤ ਹੈਗੀ ਆ। ਉਹ ਕਹਿੰਦੇ ਲਾਈਫ ਇਜ਼ ਫਾਈਨ, ਪਰਫੈਕਟ, ਕੋਈ ਹੈਲਥ ਇਸ਼ੂ ਨਹੀਂ, ਕੋਈ ਕੁਛ ਨਹੀਂ ਗਾ, ਸਾਰਾ ਕੁਛ ਵਧੀਆ ਚੱਲੀ ਜਾ ਰਿਹਾ, ਇਹ ਕਿਉਂ ਐਕਸਟਰਾ ਜਿਹੜੇ ਪੈਸੇ ਹੈਗੇ ਆਪਾਂ ਨੇ ਸਪੈਂਡ ਕਰਨੇ ਹੈਗੇ ਆ। ਸੋ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਇਹ ਸੋਚ ਆ, ਇਸ ਸੋਚ ਨੂੰ ਵੀ ਬਦਲਣ ਦੀ ਲੋੜ ਆ ਕਿ ਇਹ ਨਹੀਂ ਗਾ ਕਿ ਅੱਜ ਤੁਸੀਂ 25 ਹੋ 30 ਹੋ ਹੈਲਥੀ ਹੋ ਸਾਰਾ ਕੁਛ ਇੱਦਾਂ ਹੀ ਰਹੂਗਾ। ਜਿਹੜੀ ਥਿੰਗਸ ਚੇਂਜ ਹੁੰਦੀਆਂ ਕਈ ਵਾਰੀ ਸਡਨਲੀ, ਬਹੁਤ ਜਿਹੜੀਆਂ ਤੁਹਾਡੀ ਲਾਈਫ ਦੇ ਵਿੱਚ ਚੀਜ਼ਾਂ ਚੇਂਜ ਹੋ ਜਾਂਦੀਆਂ। ਜਿਹੜੀ ਚੀਜ਼ ਨੂੰ ਆਪਾਂ ਮੰਨਦੇ ਨਹੀਂ ਜਾਂ ਜਿਹੜੀ ਚੀਜ਼ ਬਾਰੇ ਆਪਾਂ ਸੋਚਦੇ ਨਹੀਂ ਜਾਂ ਜਿਹੜੀ ਚੀਜ਼ ਬਾਰੇ ਆਪਾਂ ਗੱਲ ਨਹੀਂ ਕਰਦੇ, ਉਹ ਹੈਗੀ ਹੈ ਡੈਥ ਜਾਂ ਮੌਤ ਆਪਾਂ ਜਿਹਨੂੰ ਕਹਿ ਲਈਏ। ਉਹਦੇ ਬਾਰੇ ਆਪਾਂ ਬਿਲਕੁਲ ਅਵੇਸਲੇ ਹੁੰਦੇ ਆ, ਔਰ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਦੇਖਿਆ ਹੈਗਾ ਕਿ ਮੁੜ ਕੇ ਫਿਰ ਸੰਤਾਪ ਭੋਗਣਾ ਪੈਂਦਾ ਜਦੋਂ ਖਾਸ ਕਰਕੇ ਇਹਨਾਂ ਕੰਟਰੀਜ਼ ਦੇ ਵਿੱਚ। ਬੈਕ ਹੋਮ ਕਈ ਵਾਰੀ ਸਰ ਜਾਂਦਾ, ਘਰ-ਬਾਰ ਹੁੰਦਾ, ਥੋੜ੍ਹੀ ਬਹੁਤੀ ਪ੍ਰੋਪਰਟੀ ਹੁੰਦੀ ਹੈ, ਉਹਦੇ ਨਾਲ ਲਾਈਫ ਨਿਕਲ ਜਾਂਦੀ ਆ। ਫਿਰ ਜੇ ਬੱਚੇ ਹੋਣ ਤਾਂ ਉਹ ਵੱਡੇ ਹੋ ਜਾਂਦੇ ਆ, ਤਾਂ ਫਿਰ ਚਲੋ ਲਾਈਫ ਸੁਖਾਲੀ ਹੋ ਜਾਂਦੀ। ਪਰ ਇੱਥੇ ਥੋੜ੍ਹਾ ਜਿਹਾ ਬਿਲਕੁਲ, ਕਿਉਂਕਿ ਸਾਰਾ ਕੁਛ ਆਪਣਾ ਹੱਥੀਂ ਕੰਮ ਕਰਦੇ ਆ, ਹੈਂਡ ਟੂ ਮਾਊਥ ਆ, ਮੰਥ ਟੂ ਮੰਥ ਆ, ਕੋਈ ਆਪਣੇ ਕੋਲੇ ਬਾਹਲੀ ਜ਼ਿਆਦਾ ਪ੍ਰੋਪਰਟੀ ਵੀ ਹੈ ਨਹੀਂ ਕਿ ਚਲੋ ਕੋਈ ਗੱਲ ਨਹੀਂ, ਜੇ ਇੱਕ ਨਾ ਵੀ ਰਹੂਗਾ ਤਾਂ ਆਪਾਂ ਉਸ ਪ੍ਰੋਪਰਟੀ ਦੇ ਨਾਲ ਜਾਂ ਉਸ ਇਨਕਮ ਦੇ ਨਾਲ, ਇਨਕਮ ਸੋਰਸ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਹੀ ਨੇ। ਜੇ ਤੁਸੀਂ ਹੋ ਤਾਂ ਇਨਕਮ ਤੁਹਾਡੀ ਹੈਗੀ ਆ, ਇਨਕਮ ਸੋਰਸ ਹੈਗੇ ਆ, ਤੁਸੀਂ ਨਹੀਂ ਤਾਂ ਇਨਕਮ ਸੋਰਸ ਵੀ ਨਾਲ ਦੀ ਨਾਲ ਬੰਦ ਹੋ ਜਾਂਦੇ ਆ। ਤਾਂ ਆਪਾਂ ਜਿਹੜੀ ਇਹ ਆਪਣੀ ਇਨਕਮ ਹੈਗੀ ਹੈ ਇਹਨੂੰ ਪ੍ਰੋਟੈਕਟ ਕਰਨ ਵਾਸਤੇ ਆਪਾਂ ਨੂੰ ਪਹਿਲੀ ਸੋਚ ਤਾਂ ਇਹ ਬਦਲਣੀ ਪਊਗੀ ਕਿ ਹਰ ਇੱਕ ਬੰਦੇ ਨੂੰ ਇੱਥੇ ਲਾਈਫ ਇੰਸ਼ੋਰੈਂਸ ਜ਼ਰੂਰੀ ਹੈ। ਔਰ ਜਿੰਨੀ ਛੋਟੀ ਏਜ ਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ ਕਰਾਓਗੇ ਉਨੀ ਸਸਤੀ ਰਹੂਗੀ ਤੁਹਾਨੂੰ, ਅਤੇ ਉਨਾ ਹੀ ਤੁਹਾਨੂੰ ਵਧੀਆ ਜਿਹੜਾ ਉਹਦੇ ਪ੍ਰੋਡਕਟ ਜਾਂ ਆਪਾਂ ਉਹਦੇ ਬੈਨੀਫਿਟ ਜਾਂ ਉਹਦੇ ਜਿਹੜੇ ਆਊਟਕਮ ਆਫਟਰ ਜਦੋਂ ਆਪਾਂ ਨੇ ਕਲੇਮ ਲੈਣਾ ਵਧੀਆ ਮਿਲਣਗੇ ਤੁਹਾਨੂੰ। ਸੋ ਪਹਿਲੀ ਗੱਲ ਤਾਂ ਮੈਂ ਇਹ ਤੁਹਾਨੂੰ ਐਡਵਾਈਜ਼ ਕਰਨਾ ਚਾਹੁੰਦਾ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਅਰਲੀ ਲਾਈਫ ਦੇ ਵਿੱਚ ਸਟਾਰਟ ਕਰਨੀ ਚਾਹੀਦੀ ਹੈ, ਔਰ ਹਰ ਇੱਕ ਬੰਦੇ ਕੋਲੇ ਜਿਹੜੇ ਹੈਗੀ ਆ ਇੰਸ਼ੋਰੈਂਸ ਹੋਣੀ ਚਾਹੀਦੀ ਆ। ਔਰ ਖਾਸ ਕਰਕੇ ਆਪਾਂ ਅਕਸਰ ਗੱਲ ਕਰਦੇ ਹਾਂ ਬਲਜੀਤ ਜੀ ਕਿ ਇੱਥੇ ਬੰਦੇ ਨਹੀਂ ਕੰਮ ਆਉਂਦੇ, ਇੱਥੇ ਪਾਲਿਸੀਜ਼ ਕੰਮ ਆਉਂਦੀਆਂ ਨੇ। ਉਹ ਪਾਲਿਸੀਆਂ ਫਿਰ ਜਿਹੜੀਆਂ ਹੈਗੀਆਂ ਉਹ ਤੁਹਾਡੀ ਹੈਲਪ ਕਰਦੀਆਂ, ਤੁਹਾਨੂੰ ਪ੍ਰੋਟੈਕਟ ਕਰਦੀਆਂ। ਸੋ ਜਿਹੜਾ ਤੁਸੀਂ ਅੱਜ ਸਿਨੈਰੀਓ ਸੁਣਾਇਆ, ਜਿਵੇਂ 32 ਸਾਲ ਦੇ ਤੁਸੀਂ ਕਹਿੰਦੇ ਹੋ, 2 ਫੀਮੇਲ ਤੇ ਮੇਲ ਹੈਗੇ ਆ, ਰਾਜ ਤੇ ਕਮਲ, ਉਹ 3 ਸਾਲ ਉਹਨਾਂ ਦੇ ਵਿਆਹ ਹੋਏ ਨੂੰ ਹੋ ਗਏ, 1 ਸਾਲ ਉਹਨਾਂ ਨੇ ਘਰ ਲੈ ਲਿਆ, ਦੋਨਾਂ ਦੀ ਜੌਬ ਬਹੁਤ ਵਧੀਆ, ਸਾਰਾ ਕੁਛ ਵਧੀਆ ਚੱਲੀ ਜਾ ਰਿਹਾ। ਸੋ ਹੁਣ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਐਡਵਾਈਜ਼ ਕਰੋਗੇ ਕਿ ਕਿਹੜੀ ਚੀਜ਼ ਉਹਨਾਂ ਵਾਸਤੇ, ਕਿਹੜੀ ਇੰਸ਼ੋਰੈਂਸ ਉਹਨਾਂ ਵਾਸਤੇ ਵਧੀਆ, ਜਾਂ ਹੋਰ ਕਿਹੜੇ ਕੁਐਸਚਨ ਤੁਸੀਂ ਪੁੱਛੋਗੇ ਕਿ ਤਾਂ ਕਿ ਉਹਨਾਂ ਵਾਸਤੇ ਈਜ਼ੀ ਹੋ ਜਾਵੇ ਇੰਸ਼ੋਰੈਂਸ ਸਿਲੈਕਟ ਕਰਨ ਵਾਸਤੇ, ਔਰ ਤੁਹਾਨੂੰ ਵੀ ਈਜ਼ੀ ਹੋ ਜਾਵੇ ਕੁਐਸਚਨ ਪੁੱਛ ਕੇ ਕਿ ਇਹਨਾਂ ਨੂੰ ਕਿਹੜਾ ਪ੍ਰੋਡਕਟ ਚਾਹੀਦਾ ਜਾਂ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ, ਕਿਸ ਤਰ੍ਹਾਂ ਤੁਸੀਂ ਡਿਸਾਈਡ ਕਰਦੇ ਹੋ? ਹਾਂਜੀ, ਸੋ ਇਹਨਾਂ ਦੀ ਜਿੱਦਾਂ ਆਪਾਂ ਵੀ ਸਮਰੀ ਫੋਰਮ ਦੇ ਵਿੱਚ ਆਪਾਂ ਇਹਨਾਂ ਦੀ ਜਿਹੜੀ ਲਾਈਫ ਸਟੋਰੀ ਆ ਉਹ ਆਪਾਂ ਦੱਸ ਚੁੱਕੇ ਹਾਂ ਵਿਊਅਰਸ ਨੂੰ। ਸੋ ਹੁਣ ਆਪਾਂ ਦੇਖਾਂਗੇ ਵੀ ਜਿਹੜੀ ਸਾਡੇ ਕੋਲ ਜਿੱਦਾਂ ਕਹਿ ਲਓ ਵੀ ਪ੍ਰੋਪਰ ਜਿਹੜਾ ਨੀਡ ਐਨ ਐਨਾਲਿਸਿਸ ਹੁੰਦਾ ਆ, ਚੈੱਕ ਲਿਸਟ ਕਹਿ ਲਓ ਆਪਣੀ ਇੰਸ਼ੋਰੈਂਸ ਦੀ। ਜਦੋਂ ਅਸੀਂ ਉਹਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਦੀ ਮੇਨ ਨੀਡ ਜਿਹੜੀ ਆ ਭਾਜੀ ਇਸ ਕਪਲ ਦੀ ਉਹ ਹੈਗੀ ਆ ਮੌਰਗੇਜ ਨੂੰ ਕਵਰ ਕਰਨਾ। ਸੋ ਉਹਨਾਂ ਦੇ ਮੌਰਗੇਜ ਜਿਹੜੀ ਲਾਇਬਿਲਟੀ ਹੈ ਬਹੁਤ ਵੱਡੀ ਲਾਇਬਿਲਟੀ ਆ। ਸੋ ਅਗਰ ਪ੍ਰੀਮੈਚੁਰ ਕਿਸੇ ਇੱਕ ਜਾਣੇ ਦੀ ਡੈਥ ਹੋ ਜਾਂਦੀ ਆ, ਰਾਜ ਜਾਂ ਕਮਲ ਦੀ, ਸੋ ਆਪਾਂ ਨੂੰ ਇਹ ਮਨ ਵਿੱਚ ਰੱਖ ਕੇ ਚੱਲਣਾ ਪੈਣਾ ਆ ਵੀ ਅਗਰ ਇੱਦਾਂ ਕੁਛ ਹੁੰਦਾ ਆ ਤੇ ਇਹ ਜਿਹੜੀ ਫੈਮਿਲੀ ਲੈਫਟ ਬਿਹਾਈਂਡ ਆ ਉਹ ਸਰਵਾਈਵ ਕਰ ਸਕਦੇ ਆ।
ਕਿ ਉਹਨਾਂ ਨੂੰ ਘਰ ਵੀ ਵੇਚਣਾ ਪਵੇਗਾ। ਸੋ ਘਰ ਵੀ ਇੱਦਾਂ ਜੇ ਹੁਣ ਤਾਂ ਚਲੋ ਜਿਹੜੀ ਰੀਅਲ ਸਟੇਟ ਮਾਰਕੀਟ ਹਾਟ ਹੋਣ ਕਰਕੇ ਤੇ ਘਰ ਛੇਤੀ ਵਿਕ ਰਹੇ ਆ, ਪਰ ਜਿੱਦਾਂ ਆਪਾਂ ਰੀਅਲ ਸਟੇਟ ਲੈ ਲਓ ਤਾਂ ਇਜ਼ ਨਾਟ ਵੈਰੀ ਈਜ਼ਲੀ ਲਿਕੁਇਡੇਟ ਨਹੀਂ ਹੋ ਸਕਦੀ ਹੈਗੀ। ਪਰ ਆਪਾਂ ਫਿਰ ਵੀ ਇਹਨੂੰ ਮਨ ਵਿੱਚ ਰੱਖ ਕੇ ਵੀ ਇੱਕ ਤਾਂ ਉਹਨਾਂ ਦੀ ਮੇਨ ਨੀਡ ਜਿਹੜੀ ਆ ਮੌਰਗੇਜ ਹੋ ਗਈ, ਦੂਸਰਾ ਇਹ ਵੀ ਆਪਾਂ ਕਹਿੰਦੇ ਵੀ ਅਗਰ ਜੋਬਾਂ ਨਾਈਸ ਆ, ਅਗਰ ਇੱਕ ਜਣੇ ਦੀ ਪ੍ਰੀਮੈਚੁਰ ਡੈਥ ਹੋ ਜਾਂਦੀ ਆ ਦੈਨ ਦੂਸਰੇ ਪਰਸਨ ਨੇ ਸਰਵਾਈਵ ਕਿਵੇਂ ਕਰਨਾ ਆ। ਤੇ ਤੀਸਰਾ ਆਪਾਂ ਇਹ ਵੀ ਲੈ ਕੇ ਚੱਲਦੇ ਆ ਵੀ ਹਾਂਜੀ ਯੰਗ ਕਪਲ ਆ, ਹੁਣ ਇਹਨਾਂ ਦੇ ਲੇਟਰ ਔਨ ਬੱਚੇ ਵੀ ਐਡੀਸ਼ਨ ਵੀ ਹੋਊਗੀ ਫੈਮਿਲੀ ਦੇ ਵਿੱਚ, ਤੇ ਇਹਨਾਂ ਦੀ ਜਿਹੜੀ ਐਜੂਕੇਸ਼ਨ ਦਾ ਖਰਚਾ ਆ ਬੱਚਿਆਂ ਦਾ, ਜਾਂ ਕਹਿ ਲਓ ਵੀ ਫਿਨਰਲ ਐਕਸਪੈਂਸ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਿੱਦਾਂ ਐਡ ਕਰਕੇ ਆਪਾਂ ਕਹਿੰਦੇ ਵੀ ਇਹਨਾਂ ਨੂੰ ਜਿਹੜੀ ਇੰਸ਼ੋਰੈਂਸ ਆ ਲੀਸਟ 7.5 ਲੱਖ ਦੀ ਇਹਨਾਂ ਨੂੰ ਇੰਸ਼ੋਰੈਂਸ ਚਾਹੀਦੀ ਆ। ਸੋ 750,000 ਤੇ ਹੁਣ ਆਪਾਂ ਉਹਨਾਂ ਦਾ ਬਜਟ ਦੇਖਦੇ ਹਾਂ ਭਾਜੀ। ਸੋ ਅਸੀਂ ਕੁਐਸਚਨ ਪੁੱਛ ਰਹੇ ਹਾਂ ਵੀ ਤੁਹਾਡੀ ਜਿਹੜੀ ਮੌਰਗੇਜ ਪੇਮੈਂਟ ਆ ਉਹ ਕਿੰਨੀ ਨਿਕਲ ਰਹੀ ਆ, ਜਿਹੜੀ ਕਾਰ ਦੀ ਇੰਸ਼ੋਰੈਂਸ ਆ ਉਹ ਕਿੰਨੀ ਆ, ਆਪਣਾ ਪ੍ਰੋਪਰਟੀ ਟੈਕਸ ਘਰ ਦਾ ਕਿੰਨਾ ਆ, ਘਰ ਦੀ ਇੰਸ਼ੋਰੈਂਸ ਕਿੰਨੀ ਆ, ਜਿੱਦਾਂ ਬੱਚਿਆਂ ਦੇ ਖਰਚੇ ਜਿਹੜੇ ਕਹਿ ਲਓ ਵੀ ਉਹ ਵੀ ਹੈਗੇ ਆ ਕਿ ਨਹੀਂ, ਇਸ ਕਪਲ ਦੇ ਹਜੇ ਬੱਚੇ ਨਹੀਂ ਹੈਗੇ ਰਾਈਟ, ਪਰ ਆਪਾਂ ਪਲੈਨਿੰਗ ਜਿਹੜੀ ਲੈ ਕੇ ਚੱਲ ਰਹੇ ਹਾਂ ਵੀ ਓਕੇ ਨੈਕਸਟ 10-20 years ਇਹਨਾਂ ਦੀ ਲਾਈਫ ਜਿਹੜੀ ਆ ਉਹ ਕਿਵੇਂ ਹੋਊਗੀ ਰਾਈਟ। ਸੋ ਹੁਣ ਇਹਦੇ ਵਿੱਚ ਆਪਾਂ ਕਹਿੰਦੇ ਵੀ 750,000 ਜਦੋਂ ਆਪਾਂ ਉਹਨਾਂ ਦੇ ਰੇਟ ਕੱਢ ਕੇ ਦੇਖਦੇ ਹਾਂ, ਕਪਲ ਨੂੰ ਦੱਸਦੇ ਆ ਤੇ ਓਕੇ ਉਹ ਕਹਿੰਦੇ ਆ ਵੀ ਓਕੇ ਸੋ ਯੂ ਨੋ ਵਾਟ, ਅਸੀਂ ਜਿਹੜਾ ਪੇ ਕਰ ਸਕਦੇ ਹਾਂ ਆਪਣੇ ਬਜਟ ਚੋਂ ਹੈਜ਼ ਟੂ ਬੀ ਅੰਡਰ $100 ਰਾਈਟ। ਸੋ ਹੁਣ ਜਦੋਂ ਆਪਾਂ ਭਾਜੀ ਇਹ ਦੇਖਦੇ ਹਾਂ ਤਾਂ ਆਪਣੇ ਕੋਲ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਆਪਣੇ ਕੋਲ ਇਹਦਾ ਵੀ ਸੋਲੂਸ਼ਨ ਹੈਗਾ ਆ। ਆਪਾਂ ਕਹਿੰਦੇ ਵੀ ਓਕੇ ਜਿਹੜੀ ਪੇਮੈਂਟ ਆ ਇਹ $100 ਤੋਂ ਥੱਲੇ ਪੇ ਕਰਨਾ ਚਾਹੁੰਦੇ ਆ। ਹੁਣ ਆਪਾਂ ਸਿਨੈਰੀਓ ਲੈ ਲੈਂਦੇ ਵੀ ਓਕੇ ਇਨਸਟੈਡ ਆਫ ਲਾਈਕ ਡੂਇੰਗ ਦੀ ਇੰਸ਼ੋਰੈਂਸ ਫॉर ਈਚ them ਆਪਾਂ ਇੱਕ ਪਾਲਿਸੀ ਕਰਦੇ ਹਾਂ। ਸੋ ਉਹਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਜੁਆਇੰਟ ਫਰਸਟ ਟੂ ਡਾਈ ਰਾਈਟ। ਉਹਦੇ ਵਾਂਗੂ ਵਰਕ, ਉਹਦਾ ਮੀਨਿੰਗ ਕੀ ਆ ਵੀ ਮੰਨ ਲਓ ਵੀ ਆਪਾਂ ਦੋਨਾਂ ਜਣਿਆਂ ਦੀ ਇੰਸ਼ੋਰੈਂਸ ਕਰ ਦਿੱਤੀ ਆ ਤੇ ਇੱਕ ਦੀ ਡੈਥ ਹੋ ਜਾਂਦੀ ਹੈ ਤੇ ਜਿਹੜਾ ਪ੍ਰੀਮੀਅਮ ਆ ਆਪਾਂ ਕਹਿ ਲਓ ਵੀ ਕਲੇਮ ਆ ਇਜ਼ ਗੋਇੰਗ ਟੂ ਗੈਟ ਪੇਡ at the time of the first death ਰਾਈਟ। ਸੋ ਉਹਦੇ ਵਿੱਚ ਕੀ ਹੋ ਜਾਂਦਾ ਵੀ ਇੱਕ ਜਣਾ ਜੇ ਚਲੇ ਗਿਆ ਹੈ ਤੇ ਦੂਸਰਾ ਆਪਣੀ ਜਿਹੜੀ ਮੌਰਗੇਜ ਆ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂ ਆਪਣੇ ਹਰ ਰੋਜ਼ ਦੇ ਜਿਹੜੇ ਖਰਚੇ ਆ ਦੇ ਕੈਨ ਕੰਟੀਨਿਊ, ਉਹਨਾਂ ਦੇ ਲਾਈਫ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹਦੇ ਵਿੱਚ ਕੋਈ ਫਰਕ ਨਹੀਂ ਆਏਗਾ। ਪਰ ਜਿਹੜਾ ਹਾਂ ਜੇ ਕਮਲ ਦੀ ਡੈਥ ਹੋ ਗਈ ਜਾਂ ਰਾਜ ਦੀ ਹੋ ਗਈ ਆ ਇੱਕ ਜਣੀ, ਹਾਂ ਉਹ ਜਿਹੜੀ ਘਾਟ ਆ ਉਹ ਕੋਈ ਵੀ ਨਹੀਂ ਪੂਰੀ ਕਰ ਸਕਦਾ ਹੈਗਾ, ਪਰ ਐਟ ਦ ਸੇਮ ਟਾਈਮ ਫਾਈਨੈਂਸ਼ਲੀ ਜਿਹੜੇ ਆ ਆਪਾਂ ਉਹਨਾਂ ਦਾ ਜਿਹੜਾ ਰਿਸਕ ਮੈਨੇਜਮੈਂਟ ਆ ਉਹਨੂੰ ਪ੍ਰੋਪਰਲੀ ਇਨਸਿਕਿਉਰ ਕਰ ਦਿੱਤਾ ਰਾਈਟ। ਸੋ ਇਸ ਹਾਲਤ ਵਿੱਚ ਉਹਨਾਂ ਨੂੰ ਆਪਾਂ ਟਰਮ 20 ਰეკਮੈਂਡ ਕਰਦੇ ਆ ਪਹਿਲਾਂ, ਤੇ ਉਹਨਾਂ ਦਾ 7.5 ਲੱਖ ਦੀ ਜਿਹੜੀ ਇੰਸ਼ੋਰੈਂਸ ਭਾਜੀ ਆਪਾਂ ਉਹਨਾਂ ਨੂੰ ਆਫਰ ਕਰ ਦਿੰਦੇ ਆ। ਹੁਣ ਇਸੇ ਕਪਲ ਦਾ ਆਪਾਂ ਜੇ ਕਹਿੰਦੇ ਆ ਵੀ ਓਕੇ ਦ ਰੀਜ਼ਨ ਆਪਾਂ ਕਿਉਂ ਇਹਨਾਂ ਨੂੰ ਟਰਮ ਇੰਸ਼ੋਰੈਂਸ ਦਿੱਤੀ ਆ, ਉਹਨਾਂ ਦੀ ਨੀਡ ਦੇਖ ਕੇ ਆਪਾਂ ਟਰਮ ਇੰਸ਼ੋਰੈਂਸ ਦੀ ਕਵਰੇਜ ਦਿੱਤੀ ਆ ਵੀ ਉਹਨਾਂ ਦੀ ਮੌਰਗੇਜ ਕਿੰਨੀ ਆ, ਉਹਨਾਂ ਦੇ ਲੇਟਰ ਔਨ ਬੱਚੇ ਹੋਣਗੇ, ਉਹਨਾਂ ਦੀ ਐਜੂਕੇਸ਼ਨ ਦਾ ਖਰਚਾ ਟੂ ਕੈਰੀ ਔਨ ਦ ਲਾਈਫ ਹੈ ਨਾ। ਦੂਸਰਾ ਆਪਾਂ ਜਿਹੜੀ ਟਰਮ ਦਿੱਤੀ ਆ, ਜੇ ਅੱਜ ਉਹ 32 year old ਆ, ਆਪਾਂ 20 ਸਾਲ ਦੀ ਟਰਮ ਦਿੱਤੀ ਆ, ਦੈਟ ਮੀਨ ਕਲੋਜ਼ ਟੂ 52 years ਉਹਨਾਂ ਨੇ ਕਵਰ ਹੋਣਾ ਆ ਰਾਈਟ। ਸੋ ਹੁਣ ਇਹਦੇ ਵਿੱਚ ਜਿਹੜੀ ਆਪਾਂ ਟਰਮ ਵੀ ਦਿੱਤੀ ਆ ਭਾਜੀ ਇਸ ਲਾਈਕ ਤੁਸੀਂ ਇੱਥੇ ਐਕਸਪੀਰੀਅੰਸ ਜਿਹੜਾ ਬ੍ਰੋਕਰ ਦਾ ਨਾ ਕੰਮ ਆਉਂਦਾ ਆ, ਇੱਥੇ ਆਪਾਂ ਨੂੰ ਉਹਨਾਂ ਨੂੰ ਜਿਹੜੀ ਟਰਮ ਇੰਸ਼ੋਰੈਂਸ ਦਿੱਤੀ ਆ ਇੱਕ ਤਾਂ ਆਪਾਂ ਉਹਦੇ ਵਿੱਚ ਇਦਾਂ ਕਰ ਦਿੱਤਾ ਵੀ ਤੁਹਾਡੇ ਕੋਲ ਆਪਸ਼ਨ ਆ ਲੇਟਰ ਔਨ ਯੂ ਕੈਨ ਐਕਚੁਅਲੀ ਕਨਵਰਟ ਦੈਟ ਟੂ ਪਰਮਾਨੈਂਟ ਇੰਸ਼ੋਰੈਂਸ ਰਾਈਟ। ਸਾਰੀ ਨਹੀਂ ਤੁਸੀਂ ਕਨਵਰਟ ਕਰਨੀ ਹੈਗੀ, ਤੁਸੀਂ ਆਪਣੇ ਨੀਡ ਦੇ ਮੁਤਾਬਿਕ ਤੁਸੀਂ ਇਹਨੂੰ ਜਿੱਦਾਂ 7.5 ਲੱਖ ਆਪਾਂ ਇੰਸ਼ੋਰੈਂਸ ਕਹੀ ਆ ਉਹਦੇ ਵਿੱਚੋਂ ਆਪਾਂ ਅੱਧ ਵੀ ਕਰ ਸਕਦੇ ਆ, ਆਪਾਂ 60-40 ਵੀ ਕਰ ਸਕਦੇ ਆ, 70-30% ਵੀ ਕਰ ਸਕਦੇ ਆ, ਜਿੱਦਾਂ ਵੀ ਆਪਾਂ ਨੂੰ ਨੀਡ ਆਪਣੀ ਲੱਗਦੀ ਆ ਵੀ ਹਾਂਜੀ ਲੇਟਰ ਔਨ ਅਸੀਂ ਪੂਰੇ ਸੈਟਲ ਹੋ ਜਾਣਾ ਆ ਤੇ ਸਾਡੀ ਜਿਹੜੀ ਨੀਡ ਆ ਜਿਹੜੀ ਕਵਰੇਜ ਆ ਉਹ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਦੀ ਆ ਉਹ ਥੋੜੀ ਘਟ ਜਾਣੀ ਆ। ਸੋ ਆਪਾਂ ਉਹਨੂੰ ਹੀ ਇਦਾਂ ਰੱਖ ਕੇ ਵੀ ਆਪਾਂ ਕੰਬੋ ਪਲਾਨ ਬਣਾ ਦਿੰਨੇ ਆ। ਅਗਰ ਆਪਾਂ ਇਸ ਹਾਲਤ ਵਿੱਚ ਵੀ ਜਦੋਂ ਆਪਾਂ ਉਹਨਾਂ ਨੂੰ ਕਾਸਟ ਦੱਸਦੇ ਆ ਉਹ ਫੇਰ ਵੀ ਕਹਿੰਦੇ ਆ ਵੀ ਜਿਹੜੀ ਕਾਸਟ ਆ ਥੋੜੀ ਸਾਡੇ ਵਾਸਤੇ ਜ਼ਿਆਦੀ ਆ, ਆਪਾਂ ਇਹਦੇ ਵਿੱਚ ਉਹਨਾਂ ਨੂੰ ਟਰਮ 10 ਵੀ ਦੇ ਸਕਦੇ ਆ। ਸੋ ਟਰਮ 10 ਦਿੰਨੇ ਆਪਾਂ ਤੇ ਉਹਨਾਂ ਕੋਲ ਚੋਇਸ ਆ ਜਾਂਦੀ ਹੈ ਭਾਜੀ either like within the first 5 years they can we call exchange program। ਸੋ ਉਹ 10 ਵਾਲੀ ਟਰਮ ਦੇ ਕੇ
20 ਸਾਲ ਵਾਲੀ ਟਰਮ ਲੈ ਸਕਦੇ ਆ, ਜਾਂ 10 ਵਾਲੀ ਦੇ ਕੇ ਉਹ 15 ਸਾਲ ਦੀ ਟਰਮ ਲੈ ਸਕਦੇ ਆ, ਜਾਂ ਉਹ 25 ਸਾਲ ਦੀ ਟਰਮ ਲੈ ਸਕਦੇ ਆ। ਪਰ ਇਹ ਜਿਹੜੀ ਆਪਾਂ ਨੂੰ ਪਾਲਿਸੀ ਜਿਹੜੀ ਪਲਾਨ ਆਪਾਂ ਨੂੰ ਐਟ ਦ ਟਾਈਮ ਆਫ ਡੂਇੰਗ ਦ ਪਲਾਨ, ਜਦੋਂ ਆਪਾਂ ਪਲਾਨ ਨੂੰ ਤਿਆਰ ਕਰ ਰਹੇ ਹਾਂ, ਇਹ ਜਿਹੜੀਆਂ ਚੀਜ਼ਾਂ ਹੈ ਉਸ ਟਾਈਮ ਤੇ ਆਪਾਂ ਐਜ਼ ਅ ਰਾਈਡਰ ਉਸ ਪਲਾਨ ਦੇ ਵਿੱਚ ਪਾ ਦਿੰਦੇ ਹਾਂ। ਸੋ ਬਲਜੀਤ ਜੀ, ਜਦੋਂ ਤੁਸੀਂ ਕਿਹਾ ਸੀ ਕਿ ਜੁਆਇੰਟ ਜਿਹੜੀ ਹੈਗੀ ਇੰਸ਼ੋਰੈਂਸ ਵੀ ਕਰਵਾਈ ਜਾ ਸਕਦੀ ਹੈ ਜੀ, ਫਸਟ ਟੂ ਡਾਈ, ਜਿਹੜਾ ਬੰਦਾ ਜੇ ਹਸਬੈਂਡ ਵਾਈਫ ਆ, ਇੱਕ ਦੀ ਪਹਿਲਾਂ ਡੈਥ ਹੋ ਜਾਂਦੀ ਆ ਤਾਂ ਉਹ ਜਿਹੜੀ ਹੈਗੀ ਆ, ਕੀ ਉਹ ਇੰਸ਼ੋਰੈਂਸ ਕੰਟੀਨਿਊ ਰਹਿੰਦੀ ਹੈ ਦੂਜੇ ਪਰਸਨ ਦੇ ਨਾਲ? ਉਹਦਾ ਜਿਹੜਾ ਪ੍ਰੀਮੀਅਮ ਦਿੱਤਾ ਜਾਂ ਉਹਨੂੰ ਦੁਬਾਰਾ ਤਾਂ ਨਹੀਂ ਕਰਾਉਣੀ ਪੈਂਦੀ ਆਪਦੇ ਵਾਸਤੇ ਇੰਸ਼ੋਰੈਂਸ? ਇਹਦੇ ਬਾਰੇ ਥੋੜੀ ਜਾਣਕਾਰੀ। ਹਾਂਜੀ, ਇਟਸ ਅ ਗ੍ਰੇਟ ਕੁਐਸਚਨ, ਬਿਕਾਜ਼ ਨਾਟ ਓਨਲੀ ਭਾਜੀ ਜਦੋਂ ਆਪਾਂ ਜੁਆਇੰਟ ਪਾਲਿਸੀ ਕਰਦੇ ਹਾਂ, ਯੂ ਆਰ ਸੇਵਿੰਗ ਮਨੀ, ਬਿਕਾਜ਼ ਵਾਟਸ ਹੈਪਨਿੰਗ ਦੇਅਰ, ਤੁਸੀਂ ਦੋਨਾਂ ਨੂੰ ਪ੍ਰੋਟੈਕਟ ਕਰ ਲਿਆ ਤੇ ਤੁਸੀਂ ਜਿਹੜਾ ਪ੍ਰੀਮੀਅਮ ਆ ਉਹ ਇੱਕ ਪ੍ਰੀਮੀਅਮ ਦੇ ਰਹੇ ਆ। ਦੂਸਰਾ, ਜਿਹੜੀ ਤੁਹਾਡੀ ਪਾਲਿਸੀ ਕਹਿ ਲਓ ਫੀ ਜਿਹੜੀ ਆ ਕੰਪਨੀ ਜਿਹੜੀ ਆਪਣੇ ਤੋਂ ਹਰ ਮੰਥ ਚਾਰਜ ਕਰ ਰਹੀ ਆ, ਉਹਦੇ ਵਿੱਚ ਵੀ ਤੁਹਾਡੀ ਸੇਵਿੰਗ ਹੋਈ। ਇਹਦੇ ਵਿੱਚ ਇੱਕ ਥੋੜਾ ਜਿਹਾ ਸਿਟ ਬੈਕ ਆ, ਉਹ ਵੀ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਲਾਇੰਟ ਦੇ ਵਿੱਚ, ਕਲਾਇੰਟ ਦੇ ਨਾਲ, ਕਿ ਜੇ ਅਗਰ ਕੋਈ ਨਾ ਹੋਵੇ ਵੀ ਉਹਨਾਂ ਦੀ ਕੋਈ ਅਣਬਣ ਹੋ ਜਾਂਦੀ ਆ, ਕੋਈ ਡਿਵੋਰਸ ਹੋ ਜਾਂਦਾ ਹੈ, ਜਾਂ ਕੋਈ ਸੈਪਰੇਸ਼ਨ ਹੋ ਜਾਂਦੀ ਆ ਕਪਲ ਦੀ, ਜੋ ਆਪਾਂ ਦੇਖਦੇ ਆਏ ਆ ਭਾਜੀ, ਇਹ ਵੀ ਇੱਕ ਕਹਿ ਲਓ ਵੀ ਆਪਣੇ ਲਾਈਫ ਦਾ ਇੱਕ ਪਾਰਟ ਹੈਗਾ ਹੈ, ਰਾਈਟ? ਸੋ ਨਾਟ ਆਲ ਦਾ ਟਾਈਮ ਤੁਸੀਂ ਇਕੱਠੇ ਰਹਿਣਾ ਹੈ, ਜਾਂ ਤੁਹਾਡੀ ਜਿਹੜੀ ਆ ਥਿੰਕਿੰਗ ਆ ਉਹ ਮੈਚ ਕਰਦੀ ਆ, ਰਾਈਟ? ਸਪੈਸ਼ਲੀ ਜਿਹੜੇ ਆਪਣੀ ਯੰਗ ਜਨਰੇਸ਼ਨ ਆ, ਜਿੱਦਾਂ ਆਪਣੀ ਏਜ ਦੇ ਕਹਿ ਲਓ ਵੀ ਆਪਾਂ ਫਿਰ ਵੀ ਜਿਹੜਾ ਆ ਵੀ ਆਪਾਂ ਇੱਕ ਕਿਸਮ ਦਾ ਇੱਕ ਦੂਜੇ ਨਾਲ ਫੇਥਫੁਲੀ ਕਹਿੰਦੇ ਆ ਵੀ ਡਜ਼ਨਟ ਮੈਟਰ, ਅਸੀਂ ਸਾਰੀ ਲਾਈਫ ਟੂਗੈਦਰ ਹੀ ਸਪੈਂਡ ਕਰਨੀ ਆ, ਕੋਈ ਅਪਸ ਐਂਡ ਡਾਊਨ ਆਉਂਦੀ ਆ ਕਰਕੇ ਆਪਣੇ ਕੋਲ ਜਿਹੜਾ ਫੈਮਿਲੀ ਦਾ ਸਪੋਰਟ ਸੀਗਾ ਵਾ ਜੀ, ਉਹ ਬਹੁਤ ਸੀਗਾ। ਪਰ ਜਿੱਦਾਂ ਹੁਣ ਆਪਣੇ ਜਿਹੜੇ ਬੱਚੇ ਆ ਇਹ ਥੋੜਾ ਜਿਹਾ ਇੰਡੀਪੈਂਡੈਂਟਲੀ ਥਿੰਕ ਕਰਦੇ ਆ, ਸੋ ਮੈਂ ਇੱਥੇ ਜ਼ਰੂਰ ਕਵਾਂਗੀ ਵੀ ਤੁਸੀਂ ਇੱਦਾਂ ਵੀ ਕਰ ਸਕਦੇ ਆ, ਅਗਰ ਤੁਸੀਂ ਕਹਿੰਦੇ ਆ ਵੀ ਅਸੀਂ ਪਾਲਿਸੀ ਸੈਪਰੇਟ ਲੈਣੀ ਆ, ਤੁਸੀਂ ਇੱਦਾਂ ਵੀ ਲੈ ਸਕਦੇ ਆ, ਆਪਣੀ ਚੋਇਸ ਆ। ਪਰ ਜਿੱਥੇ ਆਪਾਂ ਅੱਜ ਗੱਲ ਕਰ ਰਹੇ ਆ ਵੀ ਜੁਆਇੰਟ ਪਾਲਿਸੀ ਦੀ, ਇਹਦੇ ਵਿੱਚ ਅਗਰ ਤੁਹਾਡਾ ਕੁਐਸਚਨ ਸੀਗਾ ਅਗਰ ਫਸਟ ਦੀ ਡੈਥ ਹੋ ਜਾਂਦੀ ਆ, ਫਸਟ ਪਰਸਨ ਦੀ, ਜਿਹੜੀ ਪਾਲਿਸੀ ਆ ਉਹ ਚੱਲਦੀ ਰਹੇਗੀ ਕਿ ਕੀ ਹੋਵੇਗਾ, ਰਾਈਟ? ਹੁਣ ਜਿੱਦਾਂ ਵਜੀ ਆਪਾਂ ਕਹਿੰਦੇ ਆ ਵੀ 20 ਸਾਲ ਦੀ ਆਪਾਂ ਟਰਮ ਲਈ ਹੈ ਇਸ ਕਪਲ ਲਈ, ਮੰਨ ਲਓ ਵੀ 12 ਸਾਲ ਬਾਅਦ ਰਾਜ ਦੀ ਡੈਥ ਹੋ ਜਾਂਦੀ ਆ ਇਹਦੇ ਵਿੱਚ, ਸੋ ਹੁਣ ਉਹਦੇ ਵਿੱਚ ਜਿਹੜੀ ਪਾਲਿਸੀ ਆਪਾਂ ਲਈ ਆ ਆਪਣੇ 8 ਈਅਰ ਰਿਮੇਨਿੰਗ ਆ, ਰਾਈਟ? 12 ਸਾਲ ਲੰਘ ਗਏ ਆ, 8 ਸਾਲ ਹਜੇ ਪਏ ਆ। ਸੋ ਇਸ ਹਾਲਤ ਵਿੱਚ ਕੀ ਹੋਣਾ ਆ, ਡਿਪੈਂਡ ਕਰਦਾ ਵੀ ਆਪਾਂ ਇਹ ਰਾਈਡਰ ਪਾਇਆ ਸੀਗਾ ਪਾਲਿਸੀ ਵਿੱਚ, ਜਿਸ ਕੰਪਨੀ ਦੀ ਆਪਾਂ ਪਾਲਿਸੀ ਲਈ ਆ ਉਹਨਾਂ ਦੀ ਜਿਹੜਾ ਕਹਿ ਲਓ ਵੀ ਰੂਲਸ ਐਂਡ ਪ੍ਰੋਸੀਜਰ ਕੀ ਸੀਗੇ ਇਸ ਪਲਾਨ ਨੂੰ ਲੈ ਕੇ। ਹੁਣ ਜਿਸ ਪਾਲਿਸੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ, ਇਹ ਇੱਕ ਐਕਚੁਅਲੀ ਵਨ ਆਫ ਦ ਬਿਗੇਸਟ ਕੰਪਨੀ, ਇਹਨਾਂ ਦਾ ਆ ਵੀ ਜੇ ਅਗਰ ਇੱਕ ਦੀ ਡੈਥ ਹੋ ਜਾਂਦੀ ਆ, ਪਾਲਿਸੀ ਵਿਲ ਕੰਟੀਨਿਊ for another 8 years. And ਇੱਥੇ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਭਾਜੀ ਵੀ claim will get paid. So 7.5 ਲੱਖ ਦੀ ਇੰਸ਼ੋਰੈਂਸ ਸੀਗੀ, ਰਾਜ ਦੀ ਡੈਥ ਹੋ ਗਈ ਆ, claim ਜਿਹੜਾ ਆ full claim will be paid to Kamal. ਰਾਈਟ? ਆਪਾਂ ਬੈਨੀਫਿਸ਼ਰੀ ਦਾ ਨੇਮ ਜਿਹੜਾ ਆ ਕਮਲ ਦਾ ਹੀ ਸਪਾਊਸ ਦਾ ਨੇਮ ਪਾਇਆ ਸੀਗਾ ਉਹਦੇ ਵਿੱਚ, ਰਾਈਟ? ਸੋ ਸ਼ੀ ਹੈਵ ਦਾ 100% ਸ਼ੇਅਰ। ਐਂਡ ਅਗੇਨ ਉਹ 7.5 ਲੱਖ ਦੀ ਉਹ ਫਿਰ ਉਹਦੀ ਕਵਰੇਜ ਹੈਗੀ ਹੈ? ਹਾਂਜੀ, ਉਹਨਾਂ ਦੀ 7.5 ਲੱਖ ਦੀ ਕਵਰੇਜ ਹੈਗੀ ਆ। ਨਾਟ ਓਨਲੀ ਕਵਰੇਜ ਹੈਗੀ ਆ, ਜਿਹੜਾ ਉਹਨਾਂ ਦਾ ਪ੍ਰੀਮੀਅਮ ਵੀ ਉਹਨਾਂ ਨੇ ਦੇਣਾ ਆ ਵਾ ਜੀ ਕਰਕੇ, ਬਿਕਾਜ਼ ਇਜ਼ ਅ ਰਿਮੇਨਿੰਗ 8 ਈਅਰ ਇਨ ਦਾ ਸੇਮ ਪਲਾਨ, ਉਹਨਾਂ ਦੀ ਜਿਹੜਾ ਪ੍ਰੀਮੀਅਮ ਆ ਉਹ ਉਹਨਾਂ ਦੀ ਏਜ ਤੇ, ਜਿੱਥੋਂ ਜਦੋਂ ਆਪਾਂ ਓਰੀਜਨਲੀ ਪਾਲਿਸੀ ਲਈ ਸੀ ਉਹ 32 ਸਾਲ ਦੇ ਸੀਗੇ, ਉਹਨਾਂ ਦਾ ਐਜ਼ ਅ ਫੀਮੇਲ 32 ਸਾਲ ਦਾ ਹੋਣ ਕਰਕੇ ਉਹਨਾਂ ਦਾ ਜਿਹੜਾ ਰੇਟ ਆ ਆਪਾਂ ਉਸ ਡੇਟ ਵਿੱਚ ਹੀ ਲਾਕ ਕਰ ਦਿੱਤਾ। ਸੋ ਇਹ ਐਗਜ਼ਾਮਪਲ ਜਿਹੜੀ ਆਪਾਂ ਯੂਜ਼ ਕੀਤੀ ਆ, ਨੰਬਰ ਐਕਚੁਅਲੀ ਕੈਨ ਚੇਂਜ ਡਿਪੈਂਡਿੰਗ ਔਨ ਉਹਨਾਂ ਦਾ ਹੈਲਥ ਕਿੱਦਾਂ ਪਰ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਮੰਥਲੀ ਪ੍ਰੀਮੀਅਮ ਜਿਹੜਾ ਭਾਜੀ ਰੱਖਿਆ ਸੀਗਾ, ਦੋਨੋਂ ਦਾ ਹੀ ਮਿਲਾ ਕੇ ਇਹ was $74.03, ਰਾਈਟ? ਤੇ ਇਹਦੇ ਵਿੱਚ $4.5 ਜਿਹੜੀ ਆ ਪਾਲਿਸੀ ਫੀ ਉਹ ਦੇ ਰਹੇ ਸੀਗੇ। ਹੁਣ ਜਦੋਂ ਰਾਜ ਦੀ ਡੈਥ ਹੋ ਜਾਂਦੀ ਆ, ਕਮਲ ਦੀ ਪਾਲਿਸੀ ਜਿਹੜੀ ਆ ਉਹਨਾਂ ਦਾ ਪ੍ਰੀਮੀਅਮ ਜਿਹੜਾ ਆ ਆਪਾਂ ਘਟਾ ਕੇ $30 ਤੇ 38 ਸੈਂਟ ਰਹਿ ਜਾਂਦਾ ਆ, ਤੇ ਉਹਦੇ ਵਿੱਚ $4.5 ਜਿਹੜੇ ਆ ਫਿਰ ਐਡ ਹੋ ਜਾਂਦੇ ਆ ਪਾਲਿਸੀ ਫੀ ਦੇ। ਸੋ ਉਹਨਾਂ ਦਾ ਪ੍ਰੀਮੀਅਮ ਜਿਹੜਾ ਆ $34.88 ਹੋ ਜਾਂਦਾ ਆ। ਸੋ ਆਲਮੋਸਟ ਲਾਈਕ ਹਾਫ ਆਫ what they were paying before, because ਦੋਨਾਂ ਦੀ ਏਜ ਇੱਕੋ ਜਿਹੀ ਸੀਗੀ, ਰਾਈਟ? ਸੋ ਇਹਦੇ ਵਿੱਚ ਇਹ ਆਪਾਂ ਨੂੰ ਫਾਇਦਾ ਹੋ ਗਿਆ। ਨਾਟ ਓਨਲੀ ਭਾਜੀ ਇਹ ਫਾਇਦਾ ਹੋ ਗਿਆ ਆਪਾਂ ਨੂੰ, ਜਿਹੜੀ ਬੱਚਿਆਂ ਦੀ ਜਿਹੜੀ ਆ ਵੀ ਹੁਣ ਇਹਨਾਂ ਦੀ 12 ਸਾਲ ਬਾਅਦ ਆਪਾਂ ਨੂੰ ਇੱਦਾਂ ਵੀ ਹੋਇਆ ਵੀ 10 year later ਉਹਨਾਂ ਦੇ ਵੀ ਜਿਹੜੇ
ਜਦੋਂ ਉਹਨਾਂ ਦੀ ਆਪਣੀ ਰਾਜ ਦੀ ਡੈਥ ਹੋਈ ਆ, ਉਹਨਾਂ ਕੋਲ ਐਕਚੁਅਲੀ 2 ਬੱਚੇ ਸੀਗੇ ਜੀ, ਇੱਕ ਦੀ ਏਜ 10 ਤੇ ਦੂਜੇ ਦੀ ਏਜ 6, ਰਾਈਟ। ਸੋ ਹੁਣ ਜਿਹੜੀ ਮਦਰ ਆ, ਸੋ 12 ਸਾਲਾਂ ਬਾਅਦ ਆਪਾਂ ਕਹਿੰਦੇ ਆ ਉਹਨਾਂ ਦੇ ਡੈਥ ਹੋਈ ਆ ਜਦੋਂ, ਸੋ ਨੈਚੁਰਲੀ 32 ਸਾਲ ਦੀ ਉਹਨਾਂ ਨੇ ਪਾਲਿਸੀ ਲਈ ਸੀਗੀ, ਉਹਨਾਂ ਦੀ ਏਜ 32 ਸਾਲ ਦੀ ਸੀਗੀ, 12 ਸਾਲ ਆਪਾਂ ਐਡ ਕਰ ਦਿੰਦੇ ਆ, ਸੋ ਦੇ ਆਰ ਨੈਚੁਰਲੀ ਆਲਮੋਸਟ ਲਾਈਕ 44 ਈਅਰ ਓਲਡ। ਹੁਣ ਦੇਖ ਲਓ ਵੀ ਭਾਜੀ ਜਿਹੜੀ ਉਮਰ ਆ ਉਹ ਕਾਫੀ ਪਈ ਆ ਵਾਈਫ ਵਾਸਤੇ। ਹੁਣ ਬੱਚਿਆਂ ਨੂੰ ਵੀ ਪੜ੍ਹਾਉਣਾ ਆ, ਘਰ ਦੀ ਵੀ ਜ਼ਿੰਮੇਵਾਰੀ ਆ ਗਈ ਆ, ਮੌਰਗੇਜ ਦੀ ਵੀ ਆ ਗਈ ਆ। ਸੋ ਜਿਹੜਾ 7.5 ਲੱਖ ਉਹਨਾਂ ਨੂੰ ਕਲੇਮ ਮਿਲਿਆ ਆ, ਸ਼ੀ ਕੈਨ ਐਕਚੁਅਲੀ ਡਿਸਾਈਡ ਵੀ ਜਿਹੜੀ ਮੈਂ ਮੌਰਗੇਜ ਆ, ਮੇਰੀ ਜਿਹੜੀ ਪੇ ਆ ਰਹੀ ਆ, ਮੈਂ ਉਸ ਮੌਰਗੇਜ ਨੂੰ ਕਵਰ ਰੱਖ ਸਕਦੀ ਹਾਂ, ਤੇ ਜਿਹੜਾ ਪੈਸਾ ਮੈਨੂੰ 7.5 ਲੱਖ ਮਿਲਿਆ ਆ, ਉਸ ਨੂੰ ਮੈਂ ਇਨਵੈਸਟ ਕਰਕੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਪਲਾਨ ਬਾਰੇ ਸੇਵ ਕਰ ਸਕਦੀ ਹਾਂ। ਸੋ ਜਿਹੜੇ ਉਹਨਾਂ ਦੇ ਹੋਰ ਖਰਚੇ ਵੀ ਉਹ ਵੀ ਕੈਰੀ ਔਨ ਉਹ ਕਰ ਸਕਦੇ ਆ ਇਸ ਹਾਲਤ ਦੇ ਵਿੱਚ। ਸੋ ਬਲਜੀਤ ਜੀ, ਇੱਕ ਹੋਰ ਕੁਐਸਚਨ ਹੈ, ਲੈਟਸ ਸੇ ਥੋੜਾ ਜਿਹਾ ਜਿਵੇਂ ਮੈਂ ਕਹਿ ਲਾਂ ਕਿ ਆਪਾਂ ਸਟੋਰੀ 'ਚ ਟ੍ਰੈਜਡੀ ਲੈ ਕੇ ਆਉਣੇ ਆ, ਹਸਬੈਂਡ ਵਾਈਫ ਦੋਨਾਂ ਦੀ ਡੈਥ ਹੋ ਜਾਂਦੀ ਹੈ, ਹਾਂਜੀ, ਔਰ ਜਿਹੜੀ ਬੱਚੀ ਹੈਗੀ ਆ ਉਹ ਸਟਿਲ ਹਲੇ ਨਾਬਾਲਗ ਆ, ਉਹਨਾਂ ਨੂੰ ਜਿਹੜੀ ਹੈਗੀ ਆ 7.5 ਲੱਖ ਪਹਿਲਾਂ ਮਿਲ ਗਿਆ ਸੀ ਬੱਚਿਆਂ ਨੂੰ, 7.5 ਲੱਖ ਫੇਰ ਬਣਿਆ। ਕੀ ਔਨ ਦਾ ਟਾਪ ਆਫ ਦੈਟ ਜਿਹੜੇ ਬੱਚਿਆਂ ਨੇ, ਕਿਉਂਕਿ ਐਜੂਕੇਸ਼ਨ ਕਰਨੀ ਹੈਗੀ ਆ, ਪੜ੍ਹਾਈ ਕਰਨੀ ਹੈਗੀ ਆ, ਕੋਈ ਹੋਰ ਕਵਰੇਜ ਇਸ ਤਰ੍ਹਾਂ ਦੀ ਹੈ ਜਿਹੜੀ ਉਹਨਾਂ ਦੀ ਐਜੂਕੇਸ਼ਨ ਨੂੰ ਕਵਰ ਕਰ ਦੇਵੇ? ਹਾਂਜੀ, ਗ੍ਰੇਟ ਕੁਐਸਚਨ। ਸੋ ਅਗੇਨ ਇਹ ਡਿਪੈਂਡ ਕਰਦਾ ਆ ਆਪਾਂ ਕਿਹੜੀ ਪਾਲਿਸੀ ਕਰਾਈ ਹੋਈ ਆ ਤੇ ਕਿਹੜੀ ਕੰਪਨੀ ਦੇ ਨਾਲ ਕਰਾਈ ਹੋਈ ਆ, ਕਿਉਂਕਿ ਆਪਣੇ ਕੋਈ ਇਹਦਾ ਸੋਲੂਸ਼ਨ ਵੀ ਹੈਗਾ ਆ ਭਾਜੀ। ਤੇ ਇਹਨੇ ਆਪਾਂ ਦੇਖਿਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਆਪਾਂ ਦੇਖਿਆ ਆ ਜਿੱਥੇ ਦੋਨੋਂ ਹੀ ਪੇਰੈਂਟਸ ਚਲੇ ਗਏ ਆਪਣੇ, ਆਹ ਕਹਿ ਲਓ ਵੀ 2 ਸਾਲ ਪਹਿਲੇ ਜਿਹੜੇ ਸੇਂਟ ਕੈਥਰਨ ਤੋਂ ਪੇਰੈਂਟਸ ਆ ਰਹੇ ਸੀ, ਆਪਣੀ ਬੇਟੀ ਨੂੰ ਮਿਲ ਕੇ ਉਹਨਾਂ ਦੀ ਡੈਥ ਹੋ ਗਈ ਸੀ ਹਾਈਵੇ ਤੇ, ਰਾਈਟ। ਸੋ ਇਦਾਂ ਦੀ ਹਾਲਤ ਵਿੱਚ ਬੱਚੇ ਜਿਹੜੇ ਸੀਗੇ ਉਹਨਾਂ ਦੇ, ਬੇਟੀ ਹਜੇ ਯੂਨੀਵਰਸਿਟੀ ਜਾਣ ਲੱਗੀ ਸੀ, ਬੇਟਾ ਵਾਸ ਸੈਕੰਡ ਈਅਰ ਯੂਨੀਵਰਸਿਟੀ। ਸੋ ਹੁਣ ਇਸ ਹਾਲਤ ਦੇ ਵਿੱਚ ਅਗਰ ਆਪਾਂ ਜਿੱਦਾਂ ਕਹਿ ਲਓ ਵੀ ਆਪਣੇ ਕੋਲ ਇਦਾਂ ਦੀਆਂ ਕੰਪਨੀਆਂ ਵੀ ਹੈਗੀਆਂ ਆ ਜਿਹੜੀਆਂ ਔਰਫਨ ਵਾਸਤੇ ਜਿਹੜਾ ਮੰਥਲੀ ਬੈਨੀਫਿਟ ਭਾਜੀ ਦੇ ਰਹੀਆਂ। ਸੋ $900 ਜਿਹੜਾ ਆ ਉਹ ਉਹਨਾਂ ਨੂੰ ਮੰਥਲੀ ਪੇਮੈਂਟ ਜਿਹੜੀ ਆ ਬੱਚਿਆਂ ਨੂੰ ਦੇਣਗੇ, ਉਹਨਾਂ ਦੀ ਦੇਖਭਾਲ ਵਾਸਤੇ। ਕੋਈ ਉਹਨਾਂ ਦਾ ਕਹਿ ਲਓ ਵੀ ਅਸੀਂ ਯੂਜ਼ਲੀ ਟਰਸਟੀ ਪਾ ਦਿੰਦੇ ਆ ਪਲਾਨ ਦੇ ਵਿੱਚ, ਕਹਿੰਦੇ ਵੀ ਅਗਰ ਬੱਚੇ ਜਿਹੜੇ ਆ ਪਹਿਲਾਂ ਸਪਾਊਸ ਈਚ ਅਦਰ ਨੂੰ ਬੈਨੀਫਿਸ਼ਰੀ ਬਣਾ ਦਿੰਦੇ ਆ, ਮਗਰੋਂ ਅਸੀਂ ਬੱਚਿਆਂ ਦੇ ਨਾਂ ਐਡ ਕਰ ਦਿੰਦੇ ਆ। ਇਹ ਵੀ ਬਹੁਤ ਹੀ ਜ਼ਰੂਰੀ ਆ ਕਿ ਜਦੋਂ ਆਪਾਂ ਕਈ ਵਾਰੀ ਆਪਾਂ ਪਾਲਿਸੀ ਕਰਾ ਲੈਂਦੇ ਆ, ਮੇ ਬੀ ਐਟ ਦੈਟ ਟਾਈਮ ਆਪਣੇ ਬੱਚੇ ਨਹੀਂ ਸੀ, ਜਿੱਦਾਂ ਆਪਾਂ ਕਪਲ ਦੀ ਗੱਲ ਕਰ ਰਹੇ ਆ, ਇਹਨਾਂ ਨੇ ਜਦੋਂ ਇੰਸ਼ੋਰੈਂਸ ਕਰਾਈ ਉਸ ਟਾਈਮ ਤੇ ਇਹਨਾਂ ਦੇ ਬੱਚੇ ਨਹੀਂ ਸੀਗੇ, 3 ਸਾਲ ਵਿਆਹ ਨੂੰ ਹੋਇਆ ਸੀਗਾ। ਤੇ ਆਪਾਂ ਜਦੋਂ ਦੇਖਦੇ ਆ ਜੀ ਵੀ ਇਹਦੇ ਵਿੱਚ ਜਦੋਂ ਵੀ ਤੁਹਾਡੇ ਕੋਈ ਲਾਈਫ ਇਵੈਂਟ ਚੇਂਜ ਹੁੰਦਾ ਆ, ਉਹਦੇ ਵਿੱਚ ਕਹਿ ਲਓ ਵੀ ਤੁਹਾਡੀ ਬੱਚਾ ਬੇਬੋਰਨ ਹੁੰਦਾ ਆ, ਤੁਸੀਂ ਆਪਣੇ ਬ੍ਰੋਕਰ ਨੂੰ ਨਾ ਫੋਨ ਕਰਕੇ ਜ਼ਰੂਰ ਦੱਸੋ ਵੀ ਹਾਂ ਭਾਈ ਅਸੀਂ ਮੂਵ ਹੋ ਗਏ ਆ, ਜਾਂ ਸਾਡੇ ਬੱਚਾ ਆ ਐਜ਼ ਅ ਮੇਲ ਫੀਮੇਲ, ਉਹਦੀ ਥੋੜੀ ਡੀਟੇਲ, ਕੋਈ ਵੀ ਤੁਹਾਡੀ ਲਾਈਫ ਚੇਂਜ ਹੋ ਰਹੀ ਆ ਉਹਦਾ ਜ਼ਰੂਰ ਉਹਨਾਂ ਨੂੰ ਦੱਸੋ, ਕਰਕੇ ਆਪਾਂ ਜਿਹੜੀ ਪਾਲਿਸੀ ਦੇ ਵਿੱਚ ਕੰਪਨੀ ਨੂੰ ਇਨਫੋਰਮ ਕਰ ਦਈਏ ਵੀ ਹਾਂ ਭਾਈ ਉਹਨਾਂ ਦੀ ਆਹ ਜਿਹੜੀ ਸਿਚੁਏਸ਼ਨ ਆ। ਕਰਕੇ ਕਈ ਵਾਰੀ ਆਪਣੇ ਜਿਹੜੇ ਕਹਿ ਲਓ ਵਿਊਅਰਸ ਆ ਜਾਂ ਉਹਨਾਂ ਦਾ ਮਨ ਵਿੱਚ ਉਹਨਾਂ ਦੇ ਇੱਦਾਂ ਆ ਜਾਂਦਾ ਵੀ ਜੇ ਅਸੀਂ ਬ੍ਰੋਕਰ ਨੂੰ ਫੋਨ ਕਰਾਂਗੇ ਮੇ ਵੀ ਉਹਨਾਂ ਨੇ ਸਾਨੂੰ ਬਾਦਰ ਕਰਨਾ ਵੀ ਹੋਰ ਇੰਸ਼ੋਰੈਂਸ ਲਓ। ਪਹਿਲਾਂ ਤੁਸੀਂ ਆਪਣੇ ਬਾਰੇ ਸੋਚੋ, ਤੁਸੀਂ ਅਪਡੇਟ ਜਿਹੜੀ ਤੁਹਾਡਾ ਪਲਾਨ ਆ ਹਮੇਸ਼ਾ ਅਪਡੇਟਡ ਹੋਣਾ ਚਾਹੀਦਾ ਆ, ਰਾਈਟ। ਉਹਦੇ ਵਿੱਚ ਕੋਈ ਲੁਕੋ ਨਹੀਂ ਰੱਖੋ। ਕਰਕੇ ਕਈ ਵਾਰੀ ਭਾਜੀ ਇੱਦਾਂ ਹੋ ਜਾਂਦਾ ਆ ਕਿ ਜਿਨ੍ਹਾਂ ਨੇ ਐਨੂਅਲੀ ਪੇ ਕਰ ਰਹੇ ਹੁੰਦੇ ਆ ਆਪਣੀਆਂ ਪਾਲਿਸੀਆਂ ਦਾ, ਈਅਰਲੀ ਪੇ ਕਰ ਰਹੇ ਹੁੰਦੇ ਆ, ਕਿਉਂਕਿ ਉਹਦੇ ਵਿੱਚ ਥੋੜੀ ਵਾਲੀ ਸੇਵਿੰਗ ਹੋ ਜਾਂਦੀ ਆ। ਸੋ ਜਿਹੜਾ ਨੋਟਿਸ ਆ ਉਹ ਤੁਹਾਡੀ ਰੈਜ਼ੀਡੈਂਸ ਤੇ ਭੇਜਿਆ ਜਾਂਦਾ ਆ। ਅਗਰ ਤੁਸੀਂ ਉੱਥੋਂ ਮੂਵ ਹੋ ਗਏ ਹੋ ਤੇ ਉਹ ਜਿਹੜਾ ਉਹ ਕਹਿ ਲਓ ਵੀ ਜਿਹੜਾ ਲੈਟਰ ਆ ਤੁਹਾਨੂੰ ਆਈ ਆ, ਨੋਬਡੀ ਇਜ਼ ਗੋਇੰਗ ਟੂ ਗੈਟ ਦੈਟ। ਬਿਲਕੁਲ ਜੀ, ਐਡਰੈਸ ਚੇਂਜ ਤੋਂ ਲੈ ਕੇ ਲਾਈਫ ਚੇਂਜ ਤੱਕ ਜੋ ਵੀ ਤੁਹਾਡੇ ਬਦਲਾਅ ਹੋ ਰਹੇ ਆ, ਤੁਸੀਂ ਓਕੇ ਸਿੰਗਲ ਸੀ ਮੈਰਿਡ ਹੋ ਗਏ ਹੋ, ਉਹ ਵੀ ਇਨਫੋਰਮ ਕਰੋ। ਆਪਦਾ ਬੈਨੀਫੀਸ਼ੀਅਰ ਚੇਂਜ ਕਰਾਉਣਾ ਉਹਦੇ ਵਾਸਤੇ ਵੀ ਤੁਹਾਨੂੰ ਕਾਲ ਕਰਨੀ ਪੈਣੀ ਆ। ਮੈਰਿਡ ਸੀ, ਬੱਚੇ ਹੋ ਗਏ ਆ, ਉਹ ਵੀ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ, ਕਿਉਂਕਿ ਖੁਦਾ ਨਾ ਖਾਸਤਾ ਜਿਵੇਂ ਆਪਾਂ ਹੁਣੇ ਜ਼ਿਕਰ ਕੀਤਾ ਸੀ ਹਸਬੈਂਡ ਵਾਈਫ ਦੋਨੋਂ ਦੀ ਡੈਥ ਹੋ ਜਾਂਦੀ ਆ, ਬੱਚਿਆਂ ਨੂੰ ਕਲੇਮ ਜਾਣਾ, ਤਾਂ ਉਹ ਜੇ ਆਪਾਂ ਨੋਟੀਫਾਈ ਨਹੀਂ ਕੀਤਾ ਉਹਨਾਂ ਨੂੰ ਵੀ ਸਾਡੇ ਬੱਚੇ ਹੋ ਗਏ ਆ, ਜਾਂ ਮੇਲ ਆ ਜਾਂ ਫੀਮੇਲ ਆ, ਜਾਂ ਆਹ ਉਹਦਾ ਨਾਂ ਜਾਂ ਆਹ ਉਹਦਾ ਡੇਟ ਆਫ ਬਰਥ ਆ, ਉਹ ਇੰਸ਼ੋਰੈਂਸ ਕੰਪਨੀ ਨੂੰ ਤਾਂ ਨਹੀਂ ਪਤਾ ਲੱਗਣਾਗਾ। ਇਹ ਆਪਾਂ ਨੂੰ ਜਦੋਂ ਐਡਰੈਸ ਚੇਂਜ ਤੋਂ ਲੈ ਕੇ ਲਾਈਫ ਦੇ ਵਿੱਚ ਕੋਈ ਵੀ ਈਵੈਂਟ ਚੇਂਜ ਹੁੰਦਾ, ਪਹਿਲਾਂ ਤੁਸੀਂ ਸਿੰਗਲ ਸੀ, ਮੈਰਿਜ ਹੋ ਗਈ,
ਡਾਈਵੋਰਸ ਹੋ ਗਿਆ, ਕੋਈ ਗੱਲ ਨਹੀਂ, ਇਹ ਚੀਜ਼ਾਂ ਹੁੰਦੀਆਂ ਤੇ ਪਰ ਆਪਾਂ ਨੂੰ ਜੇ ਡਾਈਵੋਰਸ ਵੀ ਹੋ ਗਿਆ ਤਾਂ ਫਿਰ ਵੀ ਆਪਾਂ ਨੂੰ ਬੈਨੀਫਿਸ਼ੀਅਰ ਚੇਂਜ ਵੀ ਕਰਨਾ ਜਾਂ ਉਸੇ ਨੂੰ ਬੈਨੀਫਿਸ਼ੀਅਰ ਰੱਖਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਜ਼ਰੂਰ ਕਰਦੇ ਰਹਿਣੀਆਂ ਚਾਹੀਦੀਆਂ ਤਾਂ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਲਿਸੀ ਤੇ ਆਪਾਂ ਕਲੇਮ ਕਰਨਾ ਤੇ ਉਦੋਂ ਕੋਈ ਇਹੋ ਜਿਹੀਆਂ ਪ੍ਰੋਬਲਮਾਂ ਵੱਡੀਆਂ ਨਾ ਆਉਣ ਤਾਂ ਕਿ ਈਜ਼ੀ ਜਿਹੜੇ ਸਾਰੇ ਕਲੇਮ ਆ ਉਹ ਲਏ ਜਾ ਸਕਣ। ਸੋ ਬਲਜੀਤ ਜੀ ਅੱਜ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਹੈਗਾ ਕਿ ਜਿਹੜੀ ਟਰਮ ਇੰਸ਼ੋਰੈਂਸ ਆ ਉਹ ਕਿਸ ਲਈ ਬਣਾਈ ਗਈ ਹੈ ਤੇ ਕਿਸ ਤਰ੍ਹਾਂ ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ। ਔਰ ਜਿਵੇਂ ਅਸੀਂ ਅਕਸਰ ਗੱਲਾਂ ਬਾਤਾਂ ਕਰਦੇ ਹਾਂ ਕਿ ਟਰਮ ਇੰਸ਼ੋਰੈਂਸ ਨੂੰ ਆਪਾਂ ਜੇ ਲਾਈਫ ਇੰਸ਼ੋਰੈਂਸ ਫਾਰਐਵਰ 'ਚ ਬਦਲਣਾ ਉਹ ਵੀ ਬਦਲਿਆ ਜਾ ਸਕਦਾ। ਔਰ ਉਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਤੁਹਾਡਾ ਮੈਡੀਕਲ ਵਗੈਰਾ ਜਿਹੜਾ ਹੈਗਾ ਉਹ ਨਹੀਂ ਕਰਵਾਉਣਾ ਪੈਂਦਾ, ਜਸਟ ਤੁਹਾਡੇ ਪ੍ਰੀਮੀਅਮ ਦੇ ਵਿੱਚ ਤੇ ਪਾਲਿਸੀ ਦੇ ਵਿੱਚ ਥੋੜ੍ਹੀਆਂ ਜਿਹੀਆਂ ਚੇਂਜਸ ਆ ਜਾਂਦੀਆਂ। ਸੋ ਇਸ ਤਰ੍ਹਾਂ ਜੇ ਤੁਹਾਡੇ ਕੋਲੇ ਲਾਈਫ ਇੰਸ਼ੋਰੈਂਸ ਜਿਹੜੀ ਹੈ ਉਹ ਟਰਮ ਹੈ, ਤੁਸੀਂ ਉਹਨੂੰ ਲਾਈਫ ਇੰਸ਼ੋਰੈਂਸ 'ਚ ਬਦਲਣਾ ਚਾਹੁੰਦੇ ਆ, ਬਲਜੀਤ ਜੀ ਨਾਲ ਗੱਲ ਕਰ ਸਕਦੇ ਹਾਂ। ਜੇਕਰ ਤੁਸੀਂ ਟਰਮ ਇੰਸ਼ੋਰੈਂਸ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਹੈਗਾ ਬਲਜੀਤ ਜੀ ਨਾਲ ਗੱਲ ਕਰ ਸਕਦੇ ਹੋ। ਔਰ ਖਾਸ ਕਰਕੇ ਜਿਹੜੀ ਟਰਮ ਇੰਸ਼ੋਰੈਂਸ ਹੈ, ਜਦੋਂ ਆਪਾਂ ਵਕਤੀ ਸਮੇਂ ਵਾਸਤੇ ਕਿਸੇ ਚੀਜ਼ ਨੂੰ ਇੰਸ਼ੋਰਡ ਕਰਨਾ, ਚਾਹੇ ਉਹ ਤੁਹਾਡੀ ਲਾਈਫ ਆ, ਚਾਹੇ ਤੁਹਾਡੀ ਮੌਰਗੇਜ ਆ, ਚਾਹੇ ਬੱਚਿਆਂ ਦੀ ਐਜੂਕੇਸ਼ਨ ਤੱਕ ਲੈਣੀ ਹੈ, ਤੁਸੀਂ ਜੋ ਵੀ ਉਹ ਟਰਮ ਇੰਸ਼ੋਰੈਂਸ ਲਈ ਜਾ ਸਕਦੀ ਹੈ। ਔਰ ਫਾਰਐਵਰ ਵਾਸਤੇ ਜਿਹੜੀਆਂ ਦੂਜੀਆਂ ਲਾਈਫ ਇੰਸ਼ੋਰੈਂਸਿਸ ਉਹ ਵੀ ਹੈਗੀਆਂ। ਤੁਸੀਂ ਬਲਜੀਤ ਜੀ ਦਾ ਸਕਰੀਨ 'ਤੇ ਨੰਬਰ ਆ ਰਿਹਾ, ਉੱਥੇ ਤੁਸੀਂ ਗੱਲਬਾਤ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਸਕਦੇ ਹੋ। ਔਰ ਜੇਕਰ ਤੁਹਾਨੂੰ ਈਮੇਲ ਰਾਹੀਂ ਤੁਸੀਂ ਕਰਨਾ ਹੈਗਾ ਇਹਨਾਂ ਦੇ ਨਾਲ ਸੰਪਰਕ, ਤਾਂ ਬਲਜੀਤ ਜੀ ਇੱਕ ਵਾਰੀ ਈਮੇਲ ਐਡਰੈਸ ਵੀ ਆਪਣਾ ਜਿਹੜਾ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ। ਹਾਂਜੀ, ਮੇਰਾ ਈਮੇਲ ਐਡਰੈਸ ਜਿੱਦਾਂ ਡਿੰਸਾ, ਸੋ ਦੈਟਸ DHINSA 2015@gmail.com। ਤੁਸੀਂ ਐਨੀ ਟਾਈਮ ਮੈਨੂੰ ਈਮੇਲ ਭੇਜ ਸਕਦੇ ਆ, ਆਪਣੀ ਡੇਟ ਆਫ ਬਰਥ, ਨਾਨ ਸਮੋਕਰ ਹੋ, ਸਮੋਕਰ ਹੋ, ਮੇਲ ਫੀਮੇਲ, ਤੇ ਮੈਂ ਤੁਹਾਨੂੰ ਜਿਹੜਾ ਆ ਈਮੇਲ ਬਕਾਇਦਾ ਤੌਰ ਤੇ ਸੈਂਡ ਕਰ ਸਕਦੀ ਹਾਂ ਰੇਟ ਲਈ, ਰਾਈਟ। ਤੇ ਦੂਸਰਾ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਜਿੱਦਾਂ ਬਹੁਤ ਸਾਰੇ, ਜਿੱਦਾਂ ਆਪਾਂ ਯੰਗ ਕਪਲ ਬਾਰੇ ਗੱਲ ਕੀਤੀ ਸੀਗੀ, ਜਿਹੜੀ ਟਰਮ ਇੰਸ਼ੋਰੈਂਸ ਆ, ਕਈ ਵਾਰੀ ਆਪਾਂ ਸੋਚਦੇ ਰਹਿੰਦੇ ਆ ਵੀ ਕਾਸਟ ਇਜ਼ ਸਾਰਿਆਂ ਨੂੰ ਆਪਾਂ ਨੂੰ ਪਤਾ ਆ ਵੀ ਆਪਾਂ ਕਾਸਟ ਜਿਹੜੀ ਆ ਉਹ ਸਭ ਤੋਂ ਪਹਿਲਾਂ ਦੇਖਦੇ ਆ ਵੀ ਅਸੀਂ ਅਫੋਰਡ ਕਰ ਸਕਦੇ ਆ, ਮੇ ਬੀ ਇੰਸ਼ੋਰੈਂਸ ਇਜ਼ ਵੈਰੀ ਕਾਸਟਲੀ। ਤੁਸੀਂ ਏਦਾਂ ਕਰ ਲਓ ਵੀ ਜਿਹੜੀ ਟਰਮ ਆ ਇਜ਼ ਲਾਈਕ ਵਾਟ ਇਜ਼ ਅ ਵੈਰੀ ਅਫੋਰਡੇਬਲ, low maintenance ਵਾਲੀ ਇੰਸ਼ੋਰੈਂਸ ਆ। ਇਟਸ ਅ ਵੈਰੀ ਲਾਈਕ ਕਹਿ ਲਓ ਵੀ ਟਾਈਮ ਵੀ ਸੇਵ ਕਰਦੀ ਆ ਆਪਣਾ, ਵੀ ਆਪਾਂ ਨੂੰ ਇਜ਼ ਅ ਵੈਰੀ ਬੇਸਿਕ ਇੰਸ਼ੋਰੈਂਸ, ਕੋਈ ਕੰਪਲੈਕਸ ਨਹੀਂ ਹੈਗਾ ਜਿਹਦੇ ਵਿੱਚ ਆਪਾਂ ਕਹਿੰਦੇ ਵੀ ਇੰਨੇ ਦੀ ਮੈਂ ਕਵਰੇਜ ਲਈ ਆ, ਇੰਨੀ ਮੈਂ ਟਰਮ ਲੈ ਰਿਹਾ ਆ, ਰਾਈਟ। ਪਰ ਉਹਦੇ ਵਿੱਚ ਇਹ ਜ਼ਰੂਰ ਹੋ ਜਾਂਦੀ ਵੀ ਤੁਹਾਡੀ ਜਿਹੜੀ ਇੰਸ਼ੋਰੇਬਿਲਟੀ ਆ ਉਹ ਲਾਕ ਇਨ ਹੋ ਜਾਂਦੀ। ਜਿੱਦਾਂ ਭਾਜੀ ਹੁਣਾਂ ਨੇ ਮੈਂਸ਼ਨ ਕੀਤਾ, ਕੋਈ ਮੈਡੀਕਲ ਤੁਹਾਨੂੰ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ। ਅਗਰ ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਹੈਗੀ ਆ, ਉਹਨੂੰ ਚੇਂਜ ਆਪਾਂ ਜ਼ਰੂਰ ਕਰ ਸਕਦੇ ਹਾਂ, ਲੇਟਰ ਔਨ ਆਪਾਂ ਕਨਵਰਟ ਕਰ ਸਕਦੇ ਹਾਂ ਪਰਮਾਨੈਂਟ ਦੇ ਵਿੱਚ, ਵੀ ਆਪਾਂ ਪੋਰਸ਼ਨ ਕਰ ਸਕਦੇ ਹਾਂ, ਜਿੱਦਾਂ ਆਪਾਂ ਕਾਂਬੋ ਪਲਾਨ ਤਿਆਰ ਕਰ ਲਈਏ। ਪਰ ਉਹਦੇ ਵਿੱਚ ਇੱਦਾਂ ਜ਼ਰੂਰ ਹੋ ਜਾਂਦਾ ਵੀ ਜੇ ਤੁਹਾਨੂੰ ਲੇਟਰ ਔਨ ਨੈਚੁਰਲੀ ਇਨ ਲਾਈਫ ਆਪਣੀ ਬਾਡੀ ਵੀ ਮਸ਼ੀਨ ਦੀ ਤਰ੍ਹਾਂ ਆ, ਕੋਈ ਆਪਾਂ ਨੂੰ ਹੈਲਥ ਇਸ਼ੂ ਆ ਜਾਂਦਾ ਆ ਤੇ ਆਪਣੀ ਜਿਹੜੀ ਇੰਸ਼ੋਰੇਬਿਲਟੀ ਆ ਉਹ ਆਪਣੀ ਲਾਕ ਹੋਈ ਕਰਕੇ ਤਾਂ ਆਪਾਂ ਹੁਣ ਉਹੀ ਇੰਸ਼ੋਰੈਂਸ ਨੂੰ ਐਕਸਟੈਂਡ ਕਰਾ ਸਕਦੇ ਹਾਂ, ਪਰਮਾਨੈਂਟ ਇੰਸ਼ੋਰੈਂਸ ਲੈ ਸਕਦੇ ਹਾਂ। ਪਰ ਜੇ ਆਪਾਂ ਵੇਟ ਕਰਦੇ ਹਾਂ ਵੀ ਜੇ ਮੈਂ 40 ਸਾਲ ਜਾਂ 45 ਸਾਲ ਤੇ ਜਾ ਕੇ ਮੇਰੀ ਜੌਬ ਮੇ ਵੀ ਉਦੋਂ ਬੈਟਰ ਹੋ ਜਾਊਗੀ, ਮੈਂ ਜ਼ਿਆਦਾ ਪੈਸੇ ਬਣਾਉਂਗਾ, ਫਿਰ ਮੈਂ ਇੰਸ਼ੋਰੈਂਸ ਲਵਾਂ, ਮੈਂ ਇਸ ਗੱਲ ਨਾਲ ਅਗਰੀ ਨਹੀਂ ਹੈਗੀ। ਮੇਰੇ ਹਿਸਾਬ ਦੇ ਨਾਲ ਇਹ ਇੱਕ ਜ਼ਿੰਦਗੀ ਦੀ ਜ਼ਰੂਰਤ ਆ। ਜਿਵੇਂ ਆਪਾਂ ਨੂੰ 3 ਚੀਜ਼ਾਂ, ਰੋਟੀ, ਕੱਪੜਾ, ਮਕਾਨ ਚਾਹੀਦਾ, ਨਾਲ ਇੰਸ਼ੋਰੈਂਸ ਚਾਹੀਦੀ ਆ। ਸੋ ਅਸੀਂ ਇਹ ਤਾਂ ਡਿਸਾਈਡ ਨਹੀਂ ਕਰਾਂਗੇ ਕਿ ਅੱਜ ਮੇਰੇ ਕੋਲੇ ਪੈਸੇ ਹੈ ਨਹੀਂ, ਅੱਜ ਮੇਰੇ ਕੋਲੇ ਪੇ ਹੈ ਨਹੀਂ, ਅੱਜ ਮੇਰੇ ਕੋਲੇ ਬੈਂਕ ਬੈਲੈਂਸ ਹੈ ਨਹੀਂ ਤੇ ਮੈਂ ਰੋਟੀ ਨਹੀਂ ਖਾਊਂਗਾ 10 ਸਾਲ। ਇਹ ਤਾਂ ਹੋ ਨਹੀਂ ਸਕਦਾ ਨਾ। ਤੁਹਾਨੂੰ ਰੋਟੀ ਤਾਂ ਖਾਣੀ ਪੈਣੀ ਹੈ ਨਾ ਕੁਛ ਤਾਂ ਤੁਹਾਨੂੰ ਜਿਉਂਦੇ ਰਹਿਣ ਵਾਸਤੇ ਕੁਛ ਨਾ ਕੁਛ ਤੁਹਾਨੂੰ ਖਾਣਾ ਪੈਣਾ। ਸੋ ਇਸੇ ਤਰ੍ਹਾਂ ਹੀ ਆਪਦੀ ਲਾਈਫ ਨੂੰ ਸਿਕਿਉਰ ਕਰਨ ਵਾਸਤੇ, ਆਪਦੇ ਲਵਡ ਵਨ 'ਤੇ ਤੁਸੀਂ ਬੋਝ ਨਾ ਬਣੋ। ਉਹਦੇ ਵਾਸਤੇ ਜਾਂ ਜਦੋਂ ਤੁਸੀਂ ਨਾ ਰਹੋਗੇ, ਜਿਹੜੇ ਤੁਹਾਡੇ ਆਸਰੇ ਜਿਉਂਦੇ ਨੇ ਉਹਨਾਂ ਦਾ ਆਸਰਾ ਕੌਣ ਬਣੂਗਾ, ਉਹਦੇ ਵਾਸਤੇ ਜਿਹੜੀ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਆ। ਜੇ ਆਪਾਂ ਕੁਛ ਵੀ ਨਹੀਂ ਕਰਵਾਉਂਦੇ, ਕਮ ਸੇ ਕਮ ਜਦੋਂ ਬੰਦਾ ਮਰਦਾ $15-20 ਹਜ਼ਾਰ ਡਾਲਰ ਦਾ ਆਪਣਾ ਫਿਊਨਲ ਤੇ ਹੀ ਲੱਗ ਜਾਂਦਾ। ਹਾਂਜੀ, ਈਜ਼ਲੀ ਵੈਰੀ ਐਕਸਪੈਂਸਿਵ ਸਾਰਾ ਕੁਛ। ਤੇ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਜਿਹੜਾ ਹੈਗਾ, ਤਾਂ ਕਿ ਤੁਸੀਂ ਕਿਸੇ ਤੇ ਜਿਉਂਦੇ ਜੀ ਤਾਂ ਚਲੋ ਕਈ ਵਾਰੀ ਨਹੀਂ, ਮਰ ਕੇ ਨਾ ਕਿਸੇ ਤੇ ਬੋਝ ਬਣੋ। ਔਰ ਜਿਹੜੇ ਤੁਹਾਡੇ ਨਾਲ ਜਿਹੜੇ ਹੈਗੇ ਆ ਰਹਿੰਦੇ, ਜਿਹੜੇ ਤੁਹਾਡੇ ਆਸਰੇ ਜਿਉਂਦੇ ਨੇ, ਉਹਨਾਂ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਜੇ ਮੈਂ ਨਾ ਰਿਹਾ, ਔਰ ਇਹ ਅਟਲ ਸੱਚਾਈ ਆ, ਰਹਿਣਾ ਨਹੀਂ ਆਪਾਂ ਨੇ ਇਸ ਦੁਨੀਆ 'ਤੇ। ਠੀਕ ਆ, 80 ਸਾਲ ਦੇ ਵੀ ਹੋ ਸਕਦੇ ਆ, 90 ਸਾਲ ਦੇ ਵੀ ਹੋ ਸਕਦੇ ਆ, 100 ਸਾਲ ਦੇ ਵੀ ਹੋ ਸਕਦੇ ਆ, ਪਰ ਇੱਕ ਦਿਨ ਐਂਡ ਆਫ ਦਾ ਲਾਈਫ ਆਪਾਂ ਨੇ ਮਰਨਾ ਹੀ ਮਰਨਾ, ਔਰ ਹਰ ਇੱਕ ਨੇ ਮਰਨਾ। ਇਹ ਸੱਚਾਈ ਆ,
ਔਰ ਇਸ ਚੀਜ਼ ਤੋਂ ਆਪਾਂ ਮੁੱਕਰ ਨਹੀਂ ਸਕਦੇ, ਕਿਉਂਕਿ ਪਹਿਲਾਂ ਜਦੋਂ ਇੰਸ਼ੋਰੈਂਸ ਬ੍ਰੋਕਰ ਨੂੰ ਵੀ ਬੜਾ ਮੁਸ਼ਕਲ ਸੀ ਕਹਿਣਾ ਕਿ ਜੇ ਤੁਹਾਡੀ ਡੈਥ ਹੁੰਦੀ ਆ, ਪਰ ਹੁਣ ਇੰਨੀ ਕੁ ਅਵੇਅਰਨੈਸ ਤਾਂ ਹੈਗੀ ਹੈ ਕਿ ਬਹੁਤ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਇਸ ਕਮਿਊਨਿਟੀ ਨੂੰ ਰਹਿੰਦਿਆਂ ਨੂੰ ਇੱਥੇ, ਔਰ ਬਹੁਤ ਸਟੋਰੀਜ਼ ਆਪਾਂ ਨੇ ਸੁਣੀਆਂ, ਬਹੁਤ ਪਰਿਵਾਰਾਂ ਨੇ ਸਫ਼ਰ ਵੀ ਕੀਤਾ। ਬੈਕ ਹੋਮ ਸਰ ਜਾਂਦਾ ਸੀ ਕਈ ਵਾਰ, ਆਪਣੇ ਕੋਲ ਇੰਨੀ ਪ੍ਰੋਪਰਟੀ ਜਾਂ ਘਰ ਜਾਇਦਾਦ ਹੁੰਦੀ ਸੀ ਕਿ ਆਪਣੀ ਲਾਈਫ ਜਿਹੜੀ ਆ ਉਹ ਈਜ਼ੀ ਚੱਲ ਪੈਂਦੀ ਸੀ, ਔਰ ਬਾਅਦ ਚਲੋ ਬੱਚੇ ਜਵਾਨ ਹੋ ਜਾਂਦੇ ਸੀ, ਉਹ ਕੰਮ ਕਰਨ ਲੱਗ ਜਾਂਦੇ ਸੀ। ਪਰ ਹੁਣ ਪ੍ਰੋਬਲਮ ਇਹ ਹੈ ਕਿ ਇੱਥੇ ਬੱਚਿਆਂ ਨੂੰ ਜਵਾਨ ਕਿਵੇਂ ਕਰਨਾ, ਇੱਥੇ ਬੱਚਿਆਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਿਵੇਂ ਕਰਨਾ। ਸੋ ਇਹ ਸਾਰੀਆਂ ਗੱਲਾਂ ਨੂੰ ਸੋਚ ਕੇ ਤੁਹਾਨੂੰ ਜਿਹੜੀ ਹੈ ਇੰਸ਼ੋਰੈਂਸ, ਮੈਂ ਕਹਿੰਦਾ ਜ਼ਿੰਦਗੀ ਦਾ ਇੱਕ ਜਿਵੇਂ ਰੋਟੀ ਕੱਪੜਾ ਮਕਾਨ ਤੇ ਨਾਲ ਇੱਕ ਇੰਸ਼ੋਰੈਂਸ ਨੂੰ ਵੀ ਜੋੜ ਲੈਣਾ ਚਾਹੀਦਾ ਕਿ ਇਹ ਵੀ ਇੱਕ ਜ਼ਰੂਰਤ ਹੈਗੀ ਆ। ਹੋਰ ਕਿਸੇ ਪਾਸਿਓਂ ਹੱਥ ਘੁੱਟਿਆ ਜਾ ਸਕਦਾ ਹੈ ਨਾ, ਮਹਿੰਗੇ ਫੂਡ ਤੋਂ ਹੱਥ ਘੁੱਟਿਆ ਜਾ ਸਕਦਾ, ਜਾਂ ਹੋਰ ਆਪਾਂ ਲਗਜ਼ਰੀ ਕਾਰਾਂ ਤੋਂ, ਲਗਜ਼ਰੀ ਰਹਿਣ ਸਹਿਣ ਤੋਂ ਆਪਾਂ ਥੋੜ੍ਹਾ ਜਿਹਾ ਗੁਰੇਜ਼ ਕਰ ਸਕਦੇ ਹਾਂ। ਪਰ ਮੇਰੇ ਹਿਸਾਬ ਦੇ ਨਾਲ ਜਿਹੜੀ ਇਹ ਇੰਸ਼ੋਰੈਂਸ ਆ ਉਹ ਬਹੁਤ ਜ਼ਰੂਰੀ ਆ। ਜਿੰਨੀ ਤੁਸੀਂ ਅਰਲੀ ਏਜ ਦੇ ਵਿੱਚ ਲਵੋਗੇ ਓਨੀ ਤੁਹਾਡੇ ਵਾਸਤੇ ਚੀਪ ਰਹੂਗੀ, ਸਸਤੀ ਰਹੂਗੀ ਅਤੇ ਜਿਹੜੀ ਫਾਇਦੇਮੰਦ ਰਹੂਗੀ। ਬਲਜੀਤ ਜੀ, ਆਪਣਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ, ਅਖੀਰ ਦੇ ਵਿੱਚ ਤੁਹਾਡੇ ਕੋਲ 1-2 ਮਿੰਟ ਹੈਗੇ ਆ, ਦਰਸ਼ਕਾਂ ਨੂੰ ਹੋਰ ਕੀ ਸੁਨੇਹਾ ਦੇਣਾ ਚਾਹੋ? ਹਾਂਜੀ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ, ਦੇयर इज़ ਅ ਪ੍ਰਮੋਸ਼ਨ ਗੋਇੰਗ ਔਨ। ਸੋ ਉਹਦੇ ਵਿੱਚ 10% ਆਪਣਾ ਆਫ ਆ, ਜਾਂ ਅਗਰ ਆਪਾਂ ਟਰਮ ਇੰਸ਼ੋਰੈਂਸ ਡਜ਼ਨਟ ਮੈਟਰ ਕਿਹੜੀ ਟਰਮ ਲੈਂਦੇ ਆ, 10 ਸਾਲ 20 ਸਾਲ 30 ਸਾਲ 40 ਸਾਲ ਲੈਂਦੇ ਆ, ਕਿਉਂਕਿ ਜਿੰਨੀ ਆਪਾਂ ਲੌਂਗ ਟਰਮ ਲਵਾਂਗੇ ਉਹਨੇ ਵਿੱਚ ਜਿਹੜਾ ਆਪਣਾ ਡਿਸਕਾਊਂਟ ਆਪਾਂ ਨੂੰ ਮਿਲ ਰਿਹਾ ਹੈ 10%। ਐਂਡ ਕੰਪਨੀ ਇਜ਼ ਵੈਰੀ ਵੈਲ ਨੋਨ, ਇਜ਼ ਅ ਬਿਗ ਕੰਪਨੀ। ਅਤੇ ਉਹ ਜਿਹੜੀ ਇੰਸ਼ੋਰੈਂਸ ਦਾ ਆਪਣਾ ਪ੍ਰਮੋਸ਼ਨ ਆ ਉਹ ਹੁਣ ਚੱਲ ਰਿਹਾ ਆ। ਅਗਰ ਤੁਸੀਂ ਸੋਚ ਰਹੇ ਸੀਗੇ ਪਰ ਕਹਿ ਰਹੇ ਆ ਵੀ ਮੇ ਵੀ ਖਰਚੇ ਤੋਂ ਡਰਦੇ ਆ, ਪਰ ਭਾਜੀ ਉਹਨਾਂ ਨੇ ਬਹੁਤ ਸਾਰੀ ਨਾਈਸ ਗੱਲ ਕਹੀ ਆ ਵੀ ਜਦੋਂ ਵੀ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੋ ਅਤੇ ਜਿਹੜਾ ਇੰਸ਼ੋਰੈਂਸ ਦਾ ਆ ਉਹਨੂੰ ਜ਼ਰੂਰ ਇਨਕਲੂਡ ਉਹਦੇ ਵਿੱਚ ਕਰੋ, ਰਾਈਟ। ਸੋ ਹੁਣ ਇਹਦੇ ਵਿੱਚ ਤਾਂ ਬੜਾ ਸੁਨਹਿਰੀ ਮੌਕਾ ਆ ਵੀ ਤੁਸੀਂ ਪੈਸੇ ਵੀ ਬਚਾ ਰਹੇ ਆ। ਸੋ ਜੇ ਆਪਣੀ ਕਹਿ ਲਓ ਵੀ ਕਾਸਟ ਜਿਹੜੀ ਇੰਸ਼ੋਰੈਂਸ ਦੀ $100 ਆ, ਅਤੇ ਆਪਾਂ ਜਿਹੜੇ ਆ $10 ਪਰ ਮੰਥ ਬਚਾ ਸਕਦੇ ਹਾਂ। ਸੋ ਆਪਾਂ ਹੁਣ ਜਿੱਦਾਂ ਕਹਿ ਲਓ ਵੀ ਈਅਰ ਕਹਿ ਲਓ ਵੀ ਆਪਣੇ $120 ਆਪਣੀ ਸੇਵਿੰਗ ਹੋ ਗਈ ਆ। ਸੋਚ ਤਾਂ ਰਹੇ ਸੀ ਆਪਾਂ ਇੰਸ਼ੋਰੈਂਸ ਲੈਣ ਵਾਸਤੇ, ਰਾਈਟ। ਕਿਉਂਕਿ ਦੂਸਰਾ ਹੈ ਵੀ ਆਪਾਂ ਜਿੱਦਾਂ ਹੁਣ ਰੀਅਲ ਸਟੇਟ ਦੀ ਮੈਂ ਮੁੜ ਕੇ ਫੇਰ ਗੱਲ ਕਵਾਂਗੀ ਕਰਕੇ, ਜਿਹੜਾ ਆਪਣਾ ਸਭ ਤੋਂ ਵੱਡੀ ਲਾਇਬਿਲਟੀ ਆ ਇਜ਼ ਅ ਮੌਰਗੇਜ ਇੰਸ਼ੋਰੈਂਸ। ਸੋ ਮੈਂ ਆਲਵੇਜ਼ ਕਵਾਂਗੀ ਵੀ ਜਿੱਦਾਂ ਆਪਾਂ ਬਹੁਤ ਹਾਰਡ ਵਰਕ ਕਰਦੇ ਹਾਂ, ਆਪਾਂ ਆਪਣੇ ਲਵ ਵਨਸ ਨੂੰ ਬੜਾ ਨਾਈਸ ਸਾਰੀਆਂ ਚੀਜ਼ਾਂ ਸਹੂਲਤਾਂ ਪ੍ਰੋਵਾਈਡ ਕਰਦੇ ਹਾਂ, ਆਪਾਂ ਨੂੰ ਇਹ ਵੀ ਮਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਵੀ ਅਗਰ ਮੈਨੂੰ ਕੁਛ ਹੋ ਗਿਆ ਤੇ ਮੇਰੀ ਫੈਮਿਲੀ ਜਿਹੜੇ ਆ, ਮੇਰਾ ਪਰਿਵਾਰ ਆ, ਉਹ ਇਵੇਂ ਹੀ ਰਹਿ ਸਕਦੇ ਆ। ਸੋ ਇਹਦੇ ਲਈ ਆਪਾਂ ਨੂੰ ਜ਼ਰੂਰ ਥੋੜ੍ਹੀ ਜਿਹੀ ਲਾਈਫ ਇੰਸ਼ੋਰੈਂਸ ਜਿਹੜੀ ਆ ਲੈ ਕੇ ਰੱਖਣੀ ਪੈਣੀ ਆ, ਕਿਉਂਕਿ ਟਰਮ ਤੁਸੀਂ ਜਿਹੜੀ ਤੁਹਾਡੇ ਲਈ ਸੂਟੇਬਲ ਹੈਗੀ ਆ ਤੁਸੀਂ ਉਹ ਟਰਮ ਲੈ ਲਓ। ਅਤੇ ਜਿੱਦਾਂ ਮੈਂ ਮੈਂਸ਼ਨ ਕੀਤਾ ਵੀ ਆਪਾਂ ਨੂੰ ਕੰਪਨੀਆਂ ਜਿਹੜੀਆਂ ਆ ਐਕਚੁਅਲੀ ਉਹ ਕਹਿੰਦੀਆਂ ਵੀ ਆਪਾਂ ਪਲਾਨ ਜਿਹੜਾ ਆ ਆਪਣਾ ਚੇਂਜ ਇਜ਼ ਕਾਲ ਐਕਸਚੇਂਜ ਪ੍ਰੋਗਰਾਮ, ਆਪਾਂ ਐਕਸਚੇਂਜ ਕਰਾ ਸਕਦੇ ਹਾਂ ਆਪਣੀ ਪਾਲਿਸੀ ਨੂੰ। 10 ਸਾਲ ਦੀ ਟਰਮ ਲਈ ਆ ਉਹਨੂੰ 15 ਸਾਲ ਕਰ ਸਕਦੇ ਹਾਂ ਫਸਟ 5 ਈਅਰ ਦੇ ਵਿੱਚ, ਜਾਂ ਆਪਾਂ ਹੁਣ 20 ਸਾਲ ਦੀ ਕਰ ਸਕਦੇ ਹਾਂ। ਸੋ ਆਪਣੇ ਕੋਲ ਮੇਰਾ ਕਹਿਣ ਦਾ ਕੀ ਮਤਲਬ ਭਾਜੀ ਕੋਈ ਐਕਸਕਿਊਜ਼ ਨਹੀਂ ਰਹਿ ਜਾਂਦੀ ਵੀ ਅਸੀਂ ਇਸ ਰੀਜ਼ਨ ਕਰਕੇ ਸਟਾਰਟ ਕਰ ਸਕਦੇ ਹਾਂ। ਜਿਵੇਂ ਜਿਵੇਂ ਤੁਹਾਡਾ ਟਾਈਮ ਵੱਧਦਾ ਜਾਂਦਾ, ਜਿਵੇਂ ਜਿਵੇਂ ਤੁਹਾਡੀ ਇਨਕਮ ਸੋਰਸਿਸ ਵੱਧਦੇ ਜਾਂਦੇ ਆ, ਤੁਹਾਡੀ ਲਾਈਫ ਫੀਸ ਹੁੰਦੀ ਜਾਂਦੀ ਆ, ਇੱਧਰ ਵੀ ਜ਼ਰੂਰ ਰੱਖੋ ਕਿ ਜੇ 5 ਸਾਲ ਦੀ ਕਰਾਈ ਸੀ ਤੇ 20 ਸਾਲਾਂ ਦੀ ਕਰਾ ਲਓ। ਵਿਦਨ 5 ਈਅਰ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ। ਸੋ ਉਮੀਦ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਹਫ਼ਤੇ ਤੁਹਾਡੇ ਲਈ ਇੱਕ ਹੋਰ ਸੈਗਮੈਂਟ ਲੈ ਕੇ ਪੇਸ਼ ਆਵਾਂਗੇ। ਤਦ ਤੱਕ ਸਾਨੂੰ ਦਿਓ ਜੀ ਇਜਾਜ਼ਤ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।